ਪੰਦੇਰ ਸਾਹਿਬ, ਈਦ ਮੌਕੇ ਸੀਐਮ ਭਗਵੰਤ ਮਾਨ ਨੇ ਬਿਆਨ ਦਿੱਤਾ ਹੈ। ਉਹ ਕਹਿੰਦੇ ਵੀ ਪੰਜਾਬ ਦੀ ਧਰਤੀ ਇੰਨੀ ਉਪਜਾਊ ਹੈ, ਇੱਥੇ ਤੁਸੀਂ ਕੋਈ ਵੀ ਫਸਲ ਉਗਾ ਸਕਦੇ ਹੋ, ਪਰ ਨਫ਼ਰਤ ਦੀ ਫਸਲ ਇੱਥੇ ਨਹੀਂ ਉਗਣੀ। ਵਾਸੂ ਜੀ, ਇਹ ਬਹੁਤ ਇੰਪੋਰਟੈਂਟ ਸੀਗਾ। ਇੱਕ ਤਾਂ ਮਲੇਰਕੋਟਲੇ ਦੇ ਵਿੱਚ ਈਦ ਦੇ ਫੰਕਸ਼ਨ ਦੇ ਭਗਵੰਤ ਮਾਨ ਖੁਦ ਹਾਜ਼ਰ ਹੋਏ, ਜਾ ਕੇ ਉਹਨਾਂ ਨੇ ਆਪਣਾ ਮੁਸਲਮਾਨ ਭਾਈਚਾਰੇ ਦੇ ਨਾਲ ਜਿਹੜੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਜੀ। ਉੱਥੇ ਜਿਹੜੀ ਨਮਾਜ਼ ਵੀ ਆਪਣੀ ਪੜ੍ਹੀ ਉਹਨਾਂ ਦੇ ਨਾਲ ਬੈਠ ਕੇ। ਚਲੋ ਜਿਹੜੀਆਂ ਰਸਮੀ ਸੀ ਉਹ ਤਾਂ ਕੀਤਾ, ਪਰ ਉੱਥੇ ਇੱਕ ਬਹੁਤ ਵੱਡਾ ਇਕੱਠ ਸੀ, ਉਹਨੂੰ ਸੰਬੋਧਨ ਵੀ ਕੀਤਾ ਜੀ। ਇਹ ਅਹਿਮ ਜਿਹੜਾ ਇਕੱਠ ਸੀ ਉਹ ਇਹ ਹੈ ਕਿ ਦੇਸ਼ ਭਰ ਦੇ ਵਿੱਚ ਆਪਾਂ ਅੱਗੇ ਜਾ ਕੇ ਵੀ ਗੱਲ ਕਰਦੇ ਹਾਂ, ਫਿਰਕੂ ਫਸਾਦ ਜਿਹੜਾ ਮਾਹੌਲ ਬਣਿਆ ਹੋਇਆ। ਔਰ ਪਿਛਲੇ ਕੁਝ ਦਿਨਾਂ ਦੇ ਵਿੱਚ ਚਾਹੇ ਹਨੂੰਮਾਨ ਜਯੰਤੀ ਹੋਵੇ, ਰਾਮਨੌਮੀ ਹੋਵੇ, ਫਿਰ ਆਪਣੇ ਈਵਨ ਪਟਿਆਲੇ ਦੇ ਵਿੱਚ ਉੱਥੇ ਕਈ ਜਗ੍ਹਾ ਦੇ ਉੱਤੇ ਕ੍ਰੈਸ਼ਿਸ ਵੀ ਹੋਏ ਜੀ। ਜਿਹੜਾ ਪਟਿਆਲੇ ਦਾ ਜਿਹੜਾ ਕ੍ਰੈਸ਼ ਹੋਇਆ, ਉਸ ਤੋਂ ਬਾਅਦ ਭਗਵੰਤ ਮਾਨ ਡਾਇਰੈਕਟਲੀ ਜਿਹੜਾ ਹੈ ਲੋਕਾਂ ਨੂੰ ਸੰਬੋਧਨ ਹੋ ਰਹੇ ਸੀ। ਔਰ ਜਿਹੜੀ ਆਮ ਆਦਮੀ ਪਾਰਟੀ ਆ, ਉਹਨਾਂ ਦਾ ਇਹ ਇੱਕ ਸਟੈਂਡ ਆ ਕਿ ਜੋ ਪਟਿਆਲੇ ਦੇ ਵਿੱਚ ਹੋਇਆ ਉਹ ਫਿਰਕੂ ਜਿਹੜੇ ਸੀ ਫਸਾਦ ਨਹੀਂ ਸੀ, ਉਹ ਇੱਕ ਸਿਆਸੀ ਸਾਜ਼ਿਸ਼ ਸੀਗੀ ਔਰ ਵੀ ਸਰਕਾਰ ਨੂੰ ਖਰਾਬ ਕਰਨ ਦੀ ਗੱਲ ਸੀ ਔਰ ਬਾਕੀ ਹੋਰ ਗੱਲਾਂ ਦੀ। ਉਹਨਾਂ ਨੇ ਫਿਰ ਇਸ ਸੰਦਰਭ 'ਚ ਜੇ ਅਸੀਂ ਗੱਲ ਦੇਖਦੇ ਹਾਂ ਤਾਂ ਭਗਵੰਤ ਮਾਨ ਨੇ ਆਪਣੇ ਜਿਹੜਾ, ਕਿਉਂਕਿ ਕਲਾਕਾਰ ਹੈ, ਉਹਨੇ ਜਿਹੜਾ ਹੈਗਾ ਸ਼ਬਦਾਂ ਦਾ ਖੇਡ ਕੀਤਾ ਬਹੁਤ ਜ਼ਬਰਦਸਤ। ਉਹਨੇ ਕਿਹਾ ਪੰਜਾਬ ਦੀ ਜਿਹੜੀ ਧਰਤੀ ਆ ਬੜੀ ਉਪਜਾਊ ਆ, ਵੀ ਦੇਸ਼ ਦਾ ਢਿੱਡ ਭਰਦੀ ਹੈ, ਪਰ ਨਾਲ ਫਿਰ ਕਹਿਤਾ ਜੀ ਇੱਥੇ ਨਫ਼ਰਤ, ਇੱਥੇ ਸਭ ਕੁਝ ਉਗਦਾ ਪਰ ਨਫ਼ਰਤ ਨਹੀਂ ਉਗਦੀ। ਇਹ ਗੁਰੂਆਂ, ਪੀਰਾਂ, ਪੈਗੰਬਰਾਂ ਤੇ ਸ਼ਹੀਦਾਂ ਦੀ, ਸ਼ਾਇਰਾਂ ਤੇ ਸ਼ਹੀਦਾਂ ਦੀ ਧਰਤੀ ਹੈ। ਔਰ ਤੁਸੀਂ ਵੀ ਉਹ ਟੋਟਲ ਇੱਕ ਜਿਹੜਾ ਸੀ ਹੈਰੀਟੇਜ ਜਾਂ ਸਾਡਾ ਕਲਚਰਲ ਰਿਜ਼ਰਵੋਇਰ ਜਿਹੜਾ ਟੋਟਲ, ਉਹਨੂੰ ਰੈਫਰ ਕੀਤਾ। ਇੱਕ ਮੇਰੇ ਹਿਸਾਬ ਦੇ ਨਾਲ ਇੱਕ ਬਹੁਤ ਹੀ ਮੈਚਿਓਰ ਪੋਲੀਟੀਸ਼ੀਅਨ ਦੀ ਤਰ੍ਹਾਂ ਗੱਲ ਕਰਦੇ ਹੋਏ ਭਗਵੰਤ ਮਾਨ, ਬੇਸ਼ੱਕ ਉਹਨਾਂ ਨੂੰ ਪਾਰਲੀਮੈਂਟ 'ਚ ਬੋਲਣ ਦਾ ਮੌਕਾ ਮਿਲਿਆ, ਪਾਰਲੀਮੈਂਟ ਦੇ ਵਿੱਚ ਹੋਰ ਨੇਤਾਵਾਂ ਨੂੰ ਸੁਣਨ ਦਾ ਮੌਕਾ ਮਿਲਿਆ, ਉਹਦਾ ਐਕਸਪੀਰੀਅੰਸ ਸੀਗਾ। ਮੇਰੇ ਹਿਸਾਬ ਦੇ ਨਾਲ ਕੱਲ ਇਹ ਬਹੁਤ ਹੀ ਇੱਕ ਪੋਜ਼ਿਟਿਵ ਸਪੀਚ ਚੀਫ ਮਿਨਿਸਟਰ ਕੋਲੋਂ, ਜਾਂ ਰਾਦਰ ਚੀਫ ਮਿਨਿਸਟਰ ਕੋਲੋਂ ਇਹੋ ਜਿਹੀ ਹੀ ਸਪੀਚ ਹੋਣੀ ਚਾਹੀਦੀ ਹੈ। ਲੋਕਾਂ ਦੇ ਵਿੱਚ ਇੱਕ ਕੌਨਫੀਡੈਂਸ ਬਿਲਡ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਔਰ ਉਹਨਾਂ ਨੂੰ ਇੱਥੇ ਕਿਹਾ ਕਿ ਇਹ ਨਫ਼ਰਤ ਦੇ ਬੀਜ ਕਿਤੇ ਹੋਰ ਉਗਦੇ ਹੋਣ, ਉਹ ਹੋਰ ਕਿਤੇ ਕਰ ਲੈਣਗੇ। ਪੰਜਾਬ 'ਚ ਨਾ ਤਾਂ ਉਗਦੇ ਆ, ਨਾ ਅਸੀਂ ਉਗਣ ਦੇਣੇ ਆ। ਮਲੇਰਕੋਟਲਾ ਦੀ ਜਿਹੜੀ ਹਿਸਟੋਰਿਕ ਜਿਹੜੀ ਸਾਡੀ ਹੈਗੀ ਰੈਲੇਵੈਂਸ ਆ, ਸਰਹੰਦ ਸਾਕੇ ਦੇ ਨਾਲ ਜੁੜਦੀ ਹੋਈ, ਉਹਦਾ ਵੀ ਤੁਸੀਂ ਉਹ ਦੇਖੋ, ਉਹ ਸਾਰੇ ਦੇ ਸਾਰੇ ਨੂੰ ਉਹ ਵੀਵ ਕਰਦੇ ਹੋਏ ਉਹਨਾਂ ਨੇ ਇਹ ਮੌਕੇ ਨੂੰ ਚੁਣਿਆ। ਈਦ ਦਾ ਮੌਕਾ ਸੀ, ਉਹਦੇ ਉੱਤੇ ਉਹਨਾਂ ਨੇ ਚੁਣਿਆ ਕਿ ਅਸੀਂ ਇਹਦੇ ਵਿੱਚ ਭਾਈਚਾਰਕ ਸਾਂਝ ਦੀ ਇੱਕ ਮੈਸੇਜ ਦਈਏ। ਕੋਈ ਕਿਸੇ ਬੇਸ਼ੱਕ ਥੋੜ੍ਹੀ ਜਿਹੀ ਜਿਹੜੀਆਂ ਅਸੀਂ ਚੁਣਾਵੀ ਪਿਛਲਾ ਜਿਹੜਾ ਚੋਣਾਂ ਦੇ ਰਿਜ਼ਲਟ ਨੇ, ਉਹਨਾਂ ਦੇ ਬਾਰੇ ਉਹਨਾਂ ਨੇ ਆਪਣੇ ਚੁਸਕੀਆਂ ਤਾਂ ਜ਼ਰੂਰ ਲਈਆਂ ਵਿਰੋਧੀਆਂ ਦੇ ਉੱਤੇ, ਪਰ ਨਾਲ ਦੀ ਨਾਲ ਜਿਸ ਤਰ੍ਹਾਂ ਉਹਨਾਂ ਨੇ ਗੱਲ ਕੀਤੀ ਹੈ, ਇੱਕ ਬੜਾ ਜਿਹੜਾ ਦਰਦ ਸੀ ਉਹ ਵੀ ਦੇਖਣ ਵਾਲੀ ਗੱਲ ਸੀ ਕਿ ਵੀ 75 ਸਾਲਾਂ ਦੇ ਵਿੱਚ ਅਸੀਂ ਗਲੀਆਂ ਨਾਲੀਆਂ, ਮਲੇਰਕੋਟਲੇ ਵਰਗੇ ਸ਼ਹਿਰ 'ਚ ਵੀ ਗਲੀਆਂ ਨਾਲੀਆਂ ਹੀ ਪੱਕੀਆਂ ਹੋ ਰਹੀਆਂ। ਕਹਿੰਦੇ ਸਾਨੂੰ ਤਾਂ ਇਦੋਂ ਅੱਗੇ ਜਾਣ ਹੀ ਨਹੀਂ ਦਿੱਤਾ ਜੀ। ਫਿਰ ਉਹਨਾਂ ਨੇ ਲੋਕਾਂ ਦੇ ਨਾਲ ਸ਼ੇਅਰ ਵੀ ਕੀਤਾ ਕਿਸ ਤਰ੍ਹਾਂ ਜਿਹੜੇ ਸੀਗੇ MLA ਨੂੰ ਹਾਰਨ ਦਾ ਵਿੱਚ ਫਾਇਦਾ ਸੀ ਜਿੱਤਣ ਨਾਲੋਂ, ਕਿਉਂਕਿ ਹਾਰ ਕੇ ਬਹੁਤ ਵੱਡੀਆਂ ਪੈਨਸ਼ਨਾਂ ਮਿਲਦੀਆਂ ਸੀ ਤੇ ਸਰਕਾਰ ਨੇ ਉਹ ਪੈਨਸ਼ਨ ਤੇ ਰੋਕ ਲਾਤੀ ਹੈ। ਸੋ ਲੋਕਾਂ ਦੇ ਨਾਲ ਕਮਿਊਨੀਕੇਟ ਕਰਨ ਨੂੰ ਕੀਤਾ ਤੇ ਸਾਰਿਆਂ ਨੂੰ ਫਿਰ ਉਹੀ ਜਿਹੜਾ ਪਹਿਲਾਂ ਗੱਲ ਕਰਦੇ ਸੀ ਵੀ ਤੁਸੀਂ ਸਾਰੇ ਚੀਫ ਮਿਨਿਸਟਰ ਹੋ ਤੇ ਔਰ ਬਈ ਇਹ ਜਿੱਤ ਜਿਹੜੀ ਹੈ ਉਹਨਾਂ ਨੇ ਫੇਰ ਦੁਹਰਾਇਆ ਕਿ ਇਹ ਲੋਕਾਂ ਦੀ ਜਿੱਤ ਹੈ ਜਿਹੜੀ ਰਵਾਇਤੀ ਪਾਰਟੀਆਂ ਦੇ ਖਿਲਾਫ। ਆਈ ਥਿੰਕ ਬਹੁਤ ਮੈਨੂੰ ਇਹ ਲੱਗਦਾ ਸੀ ਕਿ ਜਿਹੜੇ ਪਿਛਲੇ ਦਿਨਾਂ ਦੇ ਵਿੱਚ, ਪਿਛਲੇ ਤੁਸੀਂ ਇਹ ਦੇਖ ਲਓ 6-7 ਹਫ਼ਤਿਆਂ ਦੇ ਵਿੱਚ ਵਾਸੂ ਜੀ, ਜਿਹੜਾ ਪ੍ਰੈਸ਼ਰ ਭਗਵੰਤ ਮਾਨ ਤੇ ਹੋਇਆ ਹੋਣਾ ਕਿ ਕਦੇ ਜੀ ਇਹ ਕਠਪੁਤਲੀ ਬਣ ਗਿਆ ਜੀ, ਰਬੜ ਦਾ ਗੁੱਡਾ ਬਣ ਗਿਆ, ਇਹਨੇ ਆਪਣੇ ਬਹੁਤ ਪਾਸਿਓਂ ਪ੍ਰੈਸ਼ਰ ਆ ਰਿਹਾ ਸੀ। ਫਿਰ ਪਟਿਆਲੇ ਵਾਲਾ ਇੰਸੀਡੈਂਟ ਹੋ ਗਿਆ, ਫਿਰ ਚੰਡੀਗੜ੍ਹ ਵਾਲਾ ਇਸ਼ੂ ਦਾ ਵਿਵਾਦ ਛੁੱਟ ਗਿਆ, ਫਿਰ SYL ਦਾ ਛਿੜ ਪਿਆ। ਇਹ ਸਾਰੇ ਵਿਵਾਦਾਂ ਦੇ ਵਿੱਚ ਘਿਰਿਆ ਹੋਇਆ ਭਗਵੰਤ ਮਾਨ, ਮੈਂ ਸੋਚਦਾ ਸੀ ਸ਼ਾਇਦ ਥੋੜਾ ਜਿਹਾ ਮੁਰਝਾਇਆ ਹੋਇਆ ਨਜ਼ਰ ਆਏਗਾ, ਪਰ ਭਗਵੰਤ ਮਾਨ ਨੇ ਆਈ ਥਿੰਕ ਇੱਕ ਮੈਚਿਓਰਡ ਪੋਲੀਟੀਸ਼ੀਅਨ ਦੀ ਤਰ੍ਹਾਂ ਆਪਣੇ ਈਦ ਵਾਲੇ ਦਿਨ ਜਿਹੜਾ ਪੰਜਾਬ ਨੂੰ ਸੰਬੋਧਨ ਕੀਤਾ, ਉਹ ਸ਼ਲਾਘਾਯੋਗ ਹੈ। ਤੇ ਬੰਦੇਸ਼ ਸਾਹਿਬ, ਭਗਵੰਤ ਮਾਨ ਹੁਣ ਝੋਨੇ ਦੀ ਸਿੱਧੀ ਬਿਜਾਈ ਨੂੰ ਵੀ ਪ੍ਰਮੋਟ ਕਰ ਰਹੇ ਨੇ, ਇਹਦਾ ਕੀ ਵੇਰਵਾ ਜੀ?
ਵਾਸੂ ਜੀ ਕੱਲਾ ਭਗਵੰਤ ਮਾਨ ਹੀ ਨਹੀਂ, ਇਹ ਹਰਿਆਣਾ ਸਰਕਾਰ ਵੀ ਕਰ ਰਹੀ ਹੈ ਤੇ ਇੱਕ ਸਾਡੇ ਪਹਿਲਾਂ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਸੀਗੇ ਜੀ HS ਫੂਲਕਾ ਜਿਹੜੇ ਵਕੀਲ ਨੇ, ਉਹਨਾਂ ਨੇ ਵੀ ਕੱਲ ਇੱਕ ਪ੍ਰੈਸ ਕਾਨਫਰੰਸ ਕੀਤੀ ਆ ਜੀ। ਮੇਰੇ ਹਿਸਾਬ ਦੇ ਨਾਲ ਸ਼ਾਇਦ ਗਵਰਨਮੈਂਟ ਆਫ ਇੰਡੀਆ ਦਾ ਕੋਈ ਪ੍ਰੋਗਰਾਮ ਹੈ ਜਿਸ ਦੀ ਸ਼ਾਇਦ ਵੀ ਕੋਖ ਕਰਨੀ ਪੈਣੀ ਆ। ਹੁਣ ਮੈਂ ਦੇਖ ਰਿਹਾ ਸੀ ਹੁਣ ਇਹ ਸਿੱਧੀ ਖੇਤੀ ਆ। ਹੁਣ ਨਾਰਮਲੀ ਆਪਾਂ ਜਦੋਂ ਝੋਨਾ ਲਾਉਂਦੇ ਆ ਪਹਿਲਾਂ ਕੱਦੂ ਕਰਦੇ ਆ, ਪਹਿਲਾਂ ਤਾਂ ਜਾ ਕੇ ਨਰਸਰੀ ਲਾਈ ਦੀ ਆ, ਉਹਦੇ ਬਣੂਗੀ, ਫਿਰ ਜੀ ਉਹਨੂੰ ਫਿਰ ਲਾਉਣੀ ਆ, ਫਿਰ ਪਹਿਲਾਂ ਕੱਦੂ ਕਰੀਦਾ। ਸਾਰਾ ਪੰਜਾਬ ਜਿਹੜਾ ਹੈ ਇੱਕ ਲੇਕ ਬਣ ਜਾਂਦਾ। ਤੇ ਜਿਹੜਾ ਹੈਗਾ ਜੀ ਸਾਉਣ ਭਾਦੋਂ ਦੇ ਮੌਸਮ ਦੇ ਵਿੱਚ ਇੱਕ ਤਾਂ ਪ੍ਰਧਾ ਪੂਰੀ ਮਾਰਦੀ ਆ ਪੰਜਾਬ ਦੇ ਵਿੱਚ। ਇਹਨੂੰ ਜਿਹੜਾ ਟੈਂਪਰੇਚਰ ਹੁੰਦਾ, ਹਿਊਮਿਡਿਟੀ ਐਂ ਲੱਗਦੀ ਹੈ ਜਿਵੇਂ ਬੰਬਈ ਲੈਵਲ ਦੀ ਹੁੰਦੀ ਹੈ। ਟੈਂਪਰੇਚਰ 46 ਡਿਗਰੀ ਹੁੰਦਾ, ਹਿਊਮਿਡਿਟੀ ਹੋਈ ਹੁੰਦੀ ਆ 95-100%। ਤੁਸੀਂ ਕੈਨੇਡਾ ਦੇ ਵਿੱਚ ਸ਼ਾਇਦ ਭੁੱਲ ਗਏ ਹੋ, ਇੱਥੇ ਆਲਮੋਸਟ ਜਿਉਣਾ ਮੁਸ਼ਕਲ ਹੋ ਜਾਂਦਾ। ਪਰ ਇਹਦੇ ਵਿੱਚ ਬਹੁਤ ਇਸ ਦੇ ਨਾਲ ਵਾਸੂ ਜੀ ਬੜਾ ਰੌਲਾ ਪੈਂਦਾ ਰਿਹਾ ਕਿ ਕਣਕ ਝੋਨੇ ਦਾ ਜਿਹੜਾ ਫਸਲੀ ਚੱਕਰ ਹੈ ਇਹ ਤੋੜੋ, ਇਹਦੇ ਕਰਕੇ ਪੰਜਾਬ ਹਰਿਆਣੇ ਦੇ ਵਿੱਚ ਪਾਣੀ ਦੀ ਕਿੱਲਤ ਹੋ ਰਹੀ। ਪਰ ਗੱਲਾਂ ਉਹਦੇ ਵਿੱਚ ਕਈ ਸੀਗੀਆਂ, ਮੈਂ ਵੀ ਇਸ ਗੱਲ ਦਾ ਹਾਮੀ ਹਾਂ ਕਿ ਫਸਲੀ ਚੱਕਰ ਨਹੀਂ ਹੈ ਜ਼ਿੰਮੇਦਾਰ ਪਾਣੀ ਦੀ ਕਿੱਲਤ ਕਰਕੇ। ਕਾਰਨ ਹੋਰ ਨੇ। ਇੱਕ ਤਾਂ ਕਾਰਨ ਇਹ ਹੈ ਕਿ ਜਿਹੜੀ ਅਸੀਂ ਅਨਪਲੈਨਡ ਅਰਬਨਾਈਜੇਸ਼ਨ ਕੀਤੀ ਹੈ ਪੰਜਾਬ ਔਰ ਹਰਿਆਣੇ ਦੇ ਵਿੱਚ, ਸਪੈਸ਼ਲੀ ਜਿਹੜੀ ਰਿਵਰ ਬੈਡਸ ਦੇ ਵਿੱਚ ਉਹਦੇ 'ਚ ਕੀਤੀ ਆ, ਪਿੰਡਾਂ ਦੇ ਵਿੱਚ ਵੀ ਕੀਤੀ ਆ। ਉਹਦੇ ਵਿੱਚ ਇੱਕ ਨੈਚੁਰਲ ਪ੍ਰੋਸੈਸ ਹੁੰਦਾ ਸੀ, ਉਹਨੂੰ ਐਕੁਈਫਰ ਰੀਚਾਰਜ ਕਰਦੇ, ਜਿਹੜਾ ਤੁਹਾਡਾ ਜ਼ਮੀਨ ਦੇ ਥੱਲੇ ਪਾਣੀ ਹੁੰਦਾ ਉਹਨੂੰ ਰੀਚਾਰਜ ਕਿਵੇਂ ਕਰਨਾ, ਉਹ ਨਾਰਮਲ ਸਿਸਟਮ ਹੁੰਦਾ ਸੀ, ਉਹ ਸਾਰਾ ਬੰਦ ਹੋ ਗਿਆ। ਦੂਸਰੀ ਗੱਲ ਇਹ ਹੈ ਕਿ ਪੰਜਾਬ ਦੇ ਦਰਿਆਵਾਂ ਦੇ ਵਿੱਚੋਂ ਪੰਜਾਬ ਸਿਰਫ 23% ਪਾਣੀ ਯੂਜ਼ ਕਰ ਸਕਦਾ, ਬਾਕੀ ਸਾਰਾ ਪਾਣੀ ਜਿਹੜਾ ਹੈਗਾ ਦੂਸਰੇ ਸੂਬਿਆਂ ਨੂੰ ਚਲਿਆ ਜਾਂਦਾ। ਜੇ ਤੁਹਾਡੇ ਹੁਣ ਮੈਂ ਤੁਹਾਨੂੰ ਇਹ ਕਹਿਣਾ ਜੀ, ਜਿਹੜੇ ਸਾਡੇ ਸਰੋਤੇ, ਤੁਸੀਂ ਇਹ ਸੋਚੋ ਵੀ ਜਿਹੜੇ ਤੁਹਾਡੇ ਹੁਣ ਤੁਹਾਡੇ ਕੈਨੇਡਾ 'ਚ ਤਾਂ ਟੈਂਕੀਆਂ ਪਤਾ ਨਹੀਂ ਹੈ ਕਿ ਨਹੀਂ ਹੈ, ਸਾਡੇ ਤਾਂ ਇੱਥੇ ਉੱਪਰ ਛੱਤ ਤੇ ਟੈਂਕੀ ਹੁੰਦੀ ਆ ਪਾਣੀ ਦੀ, ਜਿਹਦੇ ਤੋਂ ਤੁਸੀਂ ਸਾਰਾ ਦਿਨ ਯੂਜ਼ ਕਰਦੇ ਹੋ। ਜੇ ਤੁਹਾਨੂੰ ਇਹ ਕਿਹਾ ਜਾਵੇ ਉਹ ਟੈਂਕੀ ਦੇ ਵਿੱਚ ਤੁਸੀਂ ਸਿਰਫ 23% ਪਾਣੀ ਯੂਜ਼ ਕਰਨਾ, ਬਾਕੀ ਤੁਹਾਡੇ ਗੁਆਂਢੀਆਂ ਨੂੰ ਜਾਊਗਾ, ਤੇ ਫੇਰ ਕਹੋ ਜੀ ਇਹ ਪਾਣੀ, ਫੇਰ ਤੁਹਾਡੇ ਕੋਲ ਪਾਣੀ ਦੀ ਕਿੱਲਤ ਹੋ ਜੇ। ਕਹੋ ਜੀ ਪਾਣੀ ਦੀ ਕਿੱਲਤ ਇਸ ਲਈ ਹੁੰਦੀ ਹੈ, ਤੁਸੀਂ ਪਾਣੀ ਪੀਂਦੇ ਹੋ, ਨਹਾਉਂਦੇ ਹੋ, ਕੱਪੜੇ ਧੋਂਦੇ ਹੋ, ਸਫਾਈ ਕਰਦੇ ਹੋ, ਇਸ ਲਈ ਇਹ ਬੰਦ ਕਰ ਦਿਓ, ਤਾਂ ਤੁਹਾਡੀ ਪਾਣੀ ਦੀ ਕਿੱਲਤ ਠੀਕ ਹੋ ਜੂਗੀ। ਸੋ ਜੇ ਸਪਲਾਈ ਨਹੀਂ ਪ੍ਰੋਪਰ ਹੁੰਦੀ ਜਾਂ ਉਸ ਪਾਣੀ ਨੂੰ ਤੁਸੀਂ ਕਿਸੇ ਹੋਰ ਪਾਸੇ ਦੇ ਦਿੰਦੇ ਹੋ, ਫਿਰ ਉਹਦੀ ਪ੍ਰੋਬਲਮ ਹੈ। ਹੁਣ ਕਈ ਜਿਸ ਤਰ੍ਹਾਂ ਹੁਣ ਯੂਕਰੇਨ ਵਾਰ ਹੋਈ ਹੈ, ਮੈਂ ਥੋੜਾ ਜਿਹਾ ਵਿਸਤਾਰ 'ਚ ਜਾਣਾ ਚਾਹੁੰਦਾ ਇਸ ਲਈ। ਇਹਦੇ ਵਿੱਚ ਨਾ ਇਹ ਬੜਾ ਸੈਂਸਿਟਿਵ ਮਾਮਲਾ ਜੀ। ਜਿਹੜਾ ਇਹ WTO ਦਾ ਆਇਆ ਸੀ ਨਾ ਜ਼ਮਾਨਾ, ਉਸ ਤੋਂ ਬਾਅਦ ਜਿਹੜਾ ਨਾਰਦਰਨ ਇੰਡੀਆ, ਪੰਜਾਬ, ਹਰਿਆਣਾ ਔਰ ਵੈਸਟਰਨ UP, ਇਹਦੇ ਉੱਤੇ ਪ੍ਰੈਸ਼ਰ ਇਹ ਪੈਣਾ ਸ਼ੁਰੂ ਹੋ ਗਿਆ ਕਿ ਇਹ ਅਨਾਜ ਉਗਾਉਣਾ ਬੰਦ ਕਰ ਦੇਣ ਔਰ ਭਾਰਤ ਜਿਹੜਾ ਹੈਗਾ ਜੀ ਫੇਰ ਫੂਡ ਡੈਫਿਸਿਟ ਕੰਟਰੀ ਹੋ ਜਾਊਗਾ। ਭਾਰਤ ਜਿਹੜੀਆਂ ਮਲਟੀਨੈਸ਼ਨਲ ਕੰਪਨੀਆਂ ਨੇ ਉਹ ਇੱਥੇ ਆ ਕੇ ਅਨਾਜ ਵੇਚਣ ਲੱਗ ਪੈਣਗੇ। ਸੋ ਇਹ ਸਾਰੀ ਦੀ ਸਾਰੀ ਇੱਕ ਸਾਜ਼ਿਸ਼ ਦੇ ਵਿੱਚ ਸੀਗਾ ਜੀ, ਔਰ ਉਹਦੇ 'ਚ ਸਾਡੇ ਮਾਹਰ ਵੀ ਸ਼ਾਮਲ ਸੀ, ਔਰ ਡਾਈਵਰਸੀਫਿਕੇਸ਼ਨ ਦੀ ਗੱਲ ਕਰਨੀ ਸ਼ੁਰੂ ਕਰਤੀ ਜੀ। ਤੁਸੀਂ ਸਬਜ਼ੀਆਂ ਉਗਾਓ, ਸੂਰਜਮੁਖੀ ਉਗਾਓ, ਫਲਾਨਾ ਤੇ ਅਮਕੜਾ, ਔਰ ਝੋਨੇ ਨੂੰ ਇੱਕ ਵਿਲਨ ਦੀ ਤਰ੍ਹਾਂ ਪੇਸ਼ ਕੀਤਾ ਗਿਆ। ਫਿਰ ਕੁਝ ਇੱਕ ਹਿੱਸਾ ਮਾਹਰਾਂ ਦਾ ਇਹ ਹੋਇਆ ਕਿ ਪਾਣੀ ਦੀ ਖਪਤ ਘਟਾਉਣ ਲਈ ਇਹ ਹੈ ਕਿ ਤੁਸੀਂ ਝੋਨੇ ਨੂੰ ਡਾਇਰੈਕਟ ਕਰੋ। ਕੱਦੂ ਕਰਨ ਦੀ ਜਿਹੜੀ ਹੈਗੀ ਆ, ਪਾਣੀ ਦਾ ਚੜਾ ਲਾਉਣ ਦੀ ਲੋੜ ਨਹੀਂ ਹੈ। ਤੁਸੀਂ ਜਿਵੇਂ ਕਣਕ ਬੀਜਦੇ ਹੋ ਉਵੇਂ ਹੀ ਝੋਨੇ ਨੂੰ ਬੀਜੋ, ਤਾਂ ਝੋਨਾ ਵੀ ਆਲਮੋਸਟ ਉਹੀ ਝਾੜ ਹੁੰਦੀ ਹੈ। ਔਰ ਪਿਛਲੀ ਕਾਫੀ ਦੇਰ ਤੋਂ ਇਹ ਕੋਸ਼ਿਸ਼ ਹੁੰਦੀ ਹੈ, 19-21 ਦਾ ਸ਼ਾਇਦ ਫਰਕ ਹੋਵੇ, ਪਰ ਉਹ ਹੋਰ ਕਾਸਟ ਜਿਹੜੀ ਹੈਗੀ ਆ ਉਹਦੇ 'ਚ ਐਡਜਸਟ ਹੋ ਜਾਂਦੀਆਂ ਨੇ। ਹੁਣ ਭਗਵੰਤ ਮਾਨ ਨੇ ਆਪਣੇ ਪਿੰਡ ਸਤੌਜ ਜਾ ਕੇ ਉਹ ਕਿਹਾ ਵੀ ਇਹ ਤੁਸੀਂ ਕਰੋ, ਤੇ ਫਿਰ ਕਿਹਾ ਜੀ 1500 ਰੁਪਇਆ ਏਕੜ ਜਿਹੜਾ ਹੈ ਉਹ ਆਈ ਥਿੰਕ ਉਹ ਪੰਜਾਬ ਸਰਕਾਰ ਸਪੋਰਟ ਕਰੂਗੀ। ਪਰ ਹਰਿਆਣੇ ਦੇ ਵਿੱਚ ਜੀ ਆਲਰੇਡੀ ਉਹਨਾਂ ਦਾ ਟੀਚਾ ਵਾ ਕਿ 1 ਲੱਖ ਏਕੜ ਜਿਹੜਾ ਹੈ ਉਹਨਾਂ ਨੇ ਡਾਇਰੈਕਟ ਸੋਇੰਗ ਦੇ ਥੱਲੇ ਲੈ ਕੇ ਆਉਣਾ, ਔਰ ਉੱਥੇ ਸਰਕਾਰ ਪਿਛਲੇ ਸਾਲ ਤੱਕ 5000 ਰੁਪਇਆ ਪਰ ਏਕੜ ਇਨਸੈਂਟਿਵ ਦਿੰਦੀ ਸੀ, ਉਹਨੂੰ ਘਟਾ ਕੇ ਉਹਨਾਂ ਨੇ ਐਤਕੀ 4000 ਕੀਤਾ। ਪਰ ਨਾਲ ਦੀ ਨਾਲ ਉਹਨਾਂ ਨੇ ਇਹ ਕੀਤਾ ਕਿ ਪਹਿਲਾਂ ਜਿਹੜੀ ਉਹਨਾਂ ਤੇ ਸੀਗਾ ਵੀ ਤੁਸੀਂ 2.5 ਏਕੜ ਤੋਂ ਵੱਧ ਨਹੀਂ ਕਰ ਸਕਦੇ। ਇਹਦਾ ਮਤਲਬ ਹਰਿਆਣੇ ਦੇ ਵਿੱਚ ਡਾਇਰੈਕਟ ਸੋਇੰਗ ਜਿਹੜੀ ਹੈਗੀ ਉਹ ਸਕਸੈਸਫੁਲ ਹੋਈ ਆ। ਤਾਂ ਹੁਣ ਉਹਨਾਂ ਨੇ 2.5 ਏਕੜ ਦੀ ਕੈਪਿੰਗ ਹਟਾਤੀ। ਕਿਸਾਨ ਪੂਰੀ ਦੀ ਪੂਰੀ ਫਸਲ ਆਪਣੀ ਜਿਹੜੀ ਹੈਗੀ ਹੈ ਡਾਇਰੈਕਟ ਸੋਇੰਗ ਕਰ ਸਕਦਾ। ਤੁਹਾਨੂੰ ਕੱਦੂ ਕਰਨ ਦੀ ਲੋੜ ਨਹੀਂ, ਚੜਾ ਲਾਉਣ ਦੀ ਲੋੜ ਨਹੀਂ, ਉੱਥੇ ਪਡਲ ਬਣਨ ਦੀ ਕੋਈ ਉਹ ਹੈ ਨਹੀਂਗਾ। ਔਰ ਫਿਰ ਤੁਸੀਂ ਉਹਨੂੰ ਉਸੇ ਤਰ੍ਹਾਂ ਫਿਰ ਪਾਣੀ ਦੀ ਜਿਹੜੀ ਹੈਗੀ ਹੈ ਲਾਗਤ ਜਿਹੜੀ ਉਹ ਘਟ ਜਾਂਦੀ ਹੈ, ਤੁਹਾਨੂੰ ਕ੍ਰੌਪ ਤੁਹਾਡੀ ਬਚ ਜਾਂਦੀ ਹੈ ਉਵੇਂ ਦੀ। ਹੁਣ ਪੰਦੇਰ ਸਾਹਿਬ, ਪੰਜਾਬ ਕਾਂਗਰਸ ਨੇ ਪੰਜਾਬ ਗਵਰਨਰ ਨੂੰ ਹੁਣੇ ਅਪੀਲ ਕੀਤੀ ਹੈ ਕਿ ਜਿਹੜਾ ਕਹਿੰਦੇ ਪੰਜਾਬ ਦਾ ਦਿੱਲੀ ਦੇ ਨਾਲ ਨੌਲੇਜ ਸ਼ੇਅਰਿੰਗ ਅਗਰੀਮੈਂਟ ਹੋਇਆ, ਇਸ ਅਗਰੀਮੈਂਟ ਨੂੰ ਰੱਦ ਕੀਤਾ ਜਾਵੇ।
ਵਾਸੂ ਜੀ ਮੈਨੂੰ ਨਾ ਇੱਕ ਬਹੁਤ ਆਪਣੀ ਪੁਰਾਣੀ ਪਰਸਨਲ ਐਕਸਪੀਰੀਅੰਸ ਹੈ ਉਹ ਚੇਤੇ ਆ ਰਿਹਾ ਕਿ ਜਦੋਂ ਭਗਵੰਤ ਮਾਨ ਉਹਨੇ ਆਪਣੀ ਸਿਆਸਤ ਦੇ ਵਿੱਚ ਪਹਿਲੇ ਕਦਮ ਪੁੱਟਣੇ ਸ਼ੁਰੂ ਕੀਤੇ, ਮੈਂ ਉਹਨਾਂ ਨੂੰ ਇੰਟਰਵਿਊ ਕੀਤਾ ਸੀ ਜੀ। ਤੇ ਮੈਂ ਉਹਨਾਂ ਨੂੰ ਪੁੱਛਿਆ ਕਿ ਭਗਵੰਤ ਜੀ ਇੱਕ ਕਾਮੇਡੀਅਨ ਦਾ ਸਿਆਸਤ ਵਰਗੀ ਸੀਰੀਅਸ ਵਾਲੇ ਪਾਸੇ ਕੀ ਕੰਮ? ਉਹਨਾਂ ਨੇ ਜਵਾਬ ਦਿੱਤਾ ਮੈਨੂੰ, ਕਹਿੰਦੇ ਸਭ ਤੋਂ ਜ਼ਿਆਦਾ ਕਾਮੇਡੀ ਤਾਂ ਸਿਆਸਤ 'ਚ ਹੁੰਦੀ ਹੈ, ਤਾਂ ਇਸ ਲਈ ਕਾਮੇਡੀਅਨ ਨੂੰ ਆ ਕੇ ਸੀਰੀਅਸ ਗੱਲ ਕਰਨੀ ਪੈਣੀ ਜੀ। ਚਲੋ ਉਹ ਹੁਣ ਗੱਲਾਂ ਇਹ ਨੇ, ਜਿਹੜਾ ਨੌਲੇਜ ਸ਼ੇਅਰਿੰਗ ਐਗਰੀਮੈਂਟ ਸੀ, ਮੈਂ ਇਹਦਾ ਸਿੱਧੀ ਜੀ ਗੱਲ ਕਰਦਾ, ਇਹ ਇੱਕ ਅਰਵਿੰਦ ਕੇਜਰੀਵਾਲ ਨੇ ਆਪਣੇ ਵਾਸਤੇ ਫੋਟੋ ਓਪਰਚੁਨਿਟੀ ਬਣਾਈ ਸੀ, ਔਰ ਫਿਰ ਇੱਕ ਆਪਣਾ ਜਿਸ ਨੂੰ ਕਹਿੰਦੇ ਆ ਹੈਜਮਨੀ, ਉਹ ਵੀ ਆਮ ਆਦਮੀ ਪਾਰਟੀ ਦਾ ਵੀ ਮੈਂ ਸਰਵਾ ਹੈਗਾ, ਬਈ ਉਹ ਐਸਟੈਬਲਿਸ਼ ਕਰਨ ਦੀ ਕੋਸ਼ਿਸ਼ ਕੀਤੀ। ਔਰ ਨਾਲ ਜਦੋਂ ਉਹਨਾਂ ਨੇ ਨੌਲੇਜ ਸ਼ੇਅਰਿੰਗ ਐਗਰੀਮੈਂਟ ਸਾਈਨ ਕੀਤਾ, ਉਹਦੇ ਵਿੱਚ ਇੱਕ ਕਲੌਜ਼ ਜਿਹੜੀ ਆਈ ਥਿੰਕ ਆਖਰੀ ਕਲੌਜ਼ ਹੀ ਆ, ਉਹ ਇਹ ਆ ਕਿ ਇਹ ਜਿਹੜਾ ਐਗਰੀਮੈਂਟ ਆ ਇਹ ਲੀਗਲੀ ਐਨਫੋਰਸੇਬਲ ਨਹੀਂ ਹੈਗਾ। ਸੋ ਬਈ ਤੁਸੀਂ ਇਹਨੂੰ ਐਨਫੋਰਸ ਨਹੀਂ ਕਰ ਸਕਦੇ, ਐਗਰੀਮੈਂਟ ਆ, ਸਮਝੌਤਾ ਜਿਹਾ ਦੋਨੋਂ, ਪਰ ਔਰ ਜੇ ਨਾ ਵੀ ਕਰਦੇ ਤਾਂ ਵੀ ਚੱਲਦਾ ਹੀ ਸੀ। ਲੋਕੀ ਤੁਸੀਂ ਨੌਲੇਜ ਜਿਹੜੀਆਂ ਸਰਕਾਰਾਂ ਨੇ ਇਨਫੋਰਮੇਸ਼ਨ ਆਪਸ 'ਚ ਸ਼ੇਅਰ ਕਰਦੀਆਂ ਨੇ, ਹੁਣ ਪਿੱਛੇ ਜੇ 7 ਸੂਬਿਆਂ ਦੇ ਡੀਜੀਪੀ ਆ ਕੇ ਚੰਡੀਗੜ੍ਹ ਦੇ ਵਿੱਚ ਉਹਨਾਂ ਨੇ ਕਾਨਫਰੰਸ ਕੀਤੀ ਕਿ ਸਾਈਬਰ ਸਿਕਿਉਰਿਟੀ ਕਿਵੇਂ ਕਰਨੀ ਹੈ, ਉਹਦੇ 'ਚ ਕੋਆਰਡੀਨੇਸ਼ਨ ਆ। ਹੁਣ ਉਹਦੇ 'ਚ ਇਨਫੋਰਮੇਸ਼ਨ ਪਾਸ ਔਨ ਕਰਦੇ ਹੀ ਹੋ ਨਾ ਤੁਸੀਂ, ਉਹ ਪੁਲਿਸ ਲੈਵਲ ਤੇ ਹੁੰਦੀ ਹੋਈ ਆ, ਫਿਰ ਕ੍ਰਾਈਮ ਦੇ ਉੱਤੇ ਹੁੰਦੀ ਆ, ਫਿਰ ਆ ਜਿਹੜੀ ਮੂਵਮੈਂਟ ਆਫ ਫੂਡ ਗ੍ਰੇਨਸ ਆ ਇਹਦੇ ਉੱਪਰ ਹੁੰਦੀ ਆ, ਹੁਣ ਜਿਵੇਂ ਫਲੱਡਸ ਵਗੈਰਾ ਆਉਂਦੇ ਆ ਇਹਨਾਂ ਦੇ ਉੱਪਰ ਹੁੰਦੀ ਆ, ਬਹੁਤ ਸਾਰੀਆਂ ਦੇ ਉੱਪਰ ਤੁਸੀਂ ਇਨਫੋਰਮੇਸ਼ਨ ਸ਼ੇਅਰ ਕਰਦੇ ਹੀ ਹੋ। ਉਹਦੇ ਵਿੱਚ ਸਰਕਾਰ ਹੈ, ਅਸੀਂ ਬੇਸ਼ੱਕ ਅਸੀਂ ਕਹੀ ਜਾਵੇ ਉਹ ਗਵਰਨਮੈਂਟ ਹੈ, ਚਾਹੇ ਗਵਰਨਮੈਂਟ ਆਫ ਇੰਡੀਆ, ਗਵਰਨਮੈਂਟ ਆਫ ਪੰਜਾਬ ਆ, ਗਵਰਨਮੈਂਟ ਆਫ ਹਰਿਆਣਾ ਜਾਂ ਕਿਸੇ ਵੀ ਸੂਬੇ ਦੀ, ਉਹ ਸਰਕਾਰ ਹੈ, ਸਰਕਾਰ ਆਪਸ ਵਿੱਚ ਸ਼ੇਅਰ ਕਰ ਸਕਦੀ ਆ। ਸਰਕਾਰਾਂ ਈਵਨ ਹੁਣ ਪ੍ਰਧਾਨ ਮੰਤਰੀ ਮੋਦੀ ਯੂਰਪ ਦੇ ਟੂਰ ਤੇ ਗਏ ਹੋਏ ਆ, ਉੱਥੇ ਵੀ ਨੌਲੇਜ ਸ਼ੇਅਰ ਹੀ ਹੋ ਰਹੀ ਹੈ। ਸੋ ਉਹਦਾ ਐਗਰੀਮੈਂਟ ਕਰਨ ਦੀ ਕੀ ਲੋੜ ਸੀ, ਮੈਨੂੰ ਨਹੀਂ ਸਮਝ ਆਈ। ਹੁਣ ਉਹ ਐਗਰੀਮੈਂਟ ਕੋਈ ਮਾਨਾ ਨਹੀਂ, ਉਹਦੀ ਕੋਈ ਕਾਨੂੰਨੀ ਉਹਦਾ ਕੋਈ ਮਾਨਤਾ ਨਹੀਂ ਹੈ। ਹੁਣ ਕਾਂਗਰਸ ਉੱਠ ਕੇ ਜਾਂਦੀ ਹੈ ਜੀ ਇਹਨੂੰ ਨਹੀਂ, ਉਹ ਹੁਣ ਬਾਕੀ ਦੀਆਂ ਗੱਲਾਂ ਤਾਂ ਕੀਤੀਆਂ ਨਹੀਂ ਜਾਂਦੀਆਂ ਉਹਦੇ 'ਚ, ਫਿਰ ਚਲੋ ਜੀ ਆਪਾਂ ਸਰਕਾਰ ਨੂੰ ਕਿਸੇ ਪਾਸੇ ਘੇਰਨਾ ਵਾ ਵੀ ਇਹਨਾਂ ਨੇ ਤਾਂ ਜੀ ਹੱਥ ਵੱਢ ਕੇ ਦੇਤੇ ਜੀ, ਇਹ ਦਿੱਲੀ ਦੇ ਥੱਲੇ ਲੱਗੇ ਫਲਾਨਾ, ਔਰ ਇਹਦੀ ਧਾਰਨਾ ਵੀ, ਇਹਦੀ ਪਰਸੈਪਸ਼ਨ ਵੀ ਜਨਰੇਟ ਇਹੀ ਕੀਤੀ ਜਾ ਰਹੀ ਹੈ ਕਿ ਅਸੀਂ ਦਿੱਲੀ ਦੇ ਥੱਲੇ ਲੱਗੇ, ਔਰ ਪੰਜਾਬੀਆਂ ਤੋਂ ਇਹ ਬਰਦਾਸ਼ਤ ਨਹੀਂ ਜੇ ਹੁੰਦਾ ਕਿ ਤੁਸੀਂ ਦਿੱਲੀ ਦੇ ਥੱਲੇ ਲੱਗੇ। ਸੋ ਪਰ ਫਿਲਹਾਲ ਮੈਂ ਥੋੜੀ ਜਿਹੀ ਬੈਕਗਰਾਊਂਡ ਦੇਣੀ ਚਾਹੁੰਦਾ ਸੀ। ਹੁਣ ਇੱਕ ਪਾਸੇ ਤਾਂ ਕਾਂਗਰਸ 'ਚ ਆਪੋ ਧਾੜ ਪਈ ਹੋਈ ਆ ਬੜੀ, ਕਦੇ ਸੁਨੀਲ ਜਾਖੜ ਦੇ ਖਿਲਾਫ ਐਕਸ਼ਨ ਹੋ ਰਿਹਾ, ਕਦੇ ਨਵਜੋਤ ਸਿੱਧੂ ਦੇ ਖਿਲਾਫ ਵੀ ਐਕਸ਼ਨ ਹੋਣ ਦੀ ਤਿਆਰੀ ਆ, ਪਰ ਦੂਸਰੇ ਪਾਸੇ ਕਾਂਗਰਸ ਨੇ ਇੱਕ ਯੂਨਿਟੀ ਦਿਖਾਉਣ ਦੀ ਵੀ ਕੋਸ਼ਿਸ਼ ਕੀਤੀ ਆ। ਇੱਕ ਡੈਲੀਗੇਸ਼ਨ ਗਿਆ ਜਿਹਦੇ ਵਿੱਚ ਪ੍ਰਦੇਸ਼ ਕਮੇਟੀ ਜਿਹੜੀ ਹੈਗੀ ਆ ਉਹਦੇ ਅਮਰਿੰਦਰ ਸਿੰਘ ਰਾਜਾ ਵੜਿੰਗ, ਕਾਂਗਰਸ ਲੈਜਿਸਲੇਚਰ ਪਾਰਟੀ ਦੇ ਪ੍ਰਧਾਨ ਜਿਹੜੇ ਹੈਗੇ ਆ ਪ੍ਰਤਾਪ ਸਿੰਘ ਬਾਜਵਾ, ਡਿਪਟੀ ਲੀਡਰ ਜਿਹੜੇ ਹੈਗੇ ਆ ਡਾਕਟਰ ਰਾਜਕੁਮਾਰ ਚੱਬੇਵਾਲ, ਹੋਰ ਵੀ ਜਿਹੜੇ ਨੇਤਾ ਇਕੱਠੇ ਹੋ ਕੇ ਉਹ ਗਵਰਨਰ ਬਨਵਾਰੀ ਲਾਲ ਪੁਰੋਹਿਤ ਨੂੰ ਮਿਲੇ ਤੇ ਉਹਨਾਂ ਨੇ ਕਿਹਾ ਜੀ ਇਹ ਸਾਰਾ ਜਿਹੜਾ ਨੌਲੇਜ ਸ਼ੇਅਰਿੰਗ ਐਗਰੀਮੈਂਟ ਹੈ ਇਹ ਰੱਦ ਹੋਣਾ ਚਾਹੀਦਾ, ਕਿਉਂਕਿ ਉਹ ਬਹੁਤ ਸਾਰੀਆਂ ਧਾਰਾਵਾਂ ਉਹਦੇ 'ਚ ਉਹਨਾਂ ਨੇ ਆਪਣੇ ਮੈਮੋਰੈਂਡਮ 'ਚ ਇਹ ਮੈਂਸ਼ਨ ਕੀਤੀਆਂ ਨੇ ਕਿ ਇਹ ਕਿਸ ਤਰ੍ਹਾਂ ਇਲੀਗਲ ਹੈ। ਤੇ ਜਿਹੜਾ ਰੂਲਸ ਆਫ ਬਿਜ਼ਨਸ ਹੁੰਦਾ ਵੀ ਸਰਕਾਰ ਚਲਾਉਣ ਦਾ ਜਿਹੜਾ ਢਾਂਚਾ ਵਾ ਉਹਦੇ ਤੋਂ ਬਾਹਰ ਇਹ ਇੱਕ ਸਿਸਟਮ ਹੈ। ਨਾਲ ਦੀ ਨਾਲ ਉਹਨਾਂ ਨੇ ਇੱਕ ਹੋਰ ਵੀ ਡਿਮਾਂਡ ਰੱਖੀ ਹੈ ਕਿ ਜਿਹੜੇ ਕੇਸਿਸ ਕੁਮਾਰ ਵਿਸ਼ਵਾਸ ਔਰ ਅਲਕਾ ਲਾਂਬਾ ਦੇ ਉੱਤੇ ਕੀਤੇ ਗਏ ਨੇ, ਇਹ ਪੋਲੀਟੀਕਲ ਵੈਂਡੇਟਾ ਦੇ ਕੇਸ ਨੇ, ਇਹਨਾਂ ਨੂੰ ਵਾਪਸ ਵੀ ਲਿਆ ਜਾਵੇ। ਉਹਨਾਂ ਨੇ ਗਵਰਨਰ ਨੂੰ ਉਹਨਾਂ ਦੀਆਂ ਪਾਵਰਸ ਜਿਹੜੀਆਂ ਹੈਗੀਆਂ ਉਹ ਦੱਸੀਆਂ ਨੇ ਵੀ ਤੁਸੀਂ ਕਿਸ ਤਹਿਤ ਇਹਦੇ ਖਿਲਾਫ ਆਪਣਾ ਜਿਹੜਾ ਹੈਗਾ ਫੈਸਲਾ ਲੈ ਸਕਦੇ ਹੋ, ਔਰ ਜਿਹੜੀ ਹੈਗੀਆਂ ਨੇ ਇਹਦੇ ਤੇ ਆਰਟੀਕਲ 154 ਵਾ ਜੀ, ਉਹਦੇ ਚ ਐਗਜ਼ੈਕਟਿਵ ਪਾਵਰ ਜਿਹੜੀ ਹੁੰਦੀ ਉਹ ਗਵਰਨਰ ਕੋਲੇ ਆ। ਸੋ ਉਹਦਾ ਹਵਾਲਾ ਦਿੰਦੇ ਹੋਏ ਕਾਂਗਰਸ ਨੇ ਇਹ ਕਿਹਾ, ਪਰ ਨਾਲ ਦੀ ਨਾਲ ਇਹਦੀ ਅਗੇਨ ਮੁਜ਼ੰਮਤ ਵੀ ਹੋ ਰਹੀ ਹੈ ਕਿ ਕਾਂਗਰਸ ਜਦੋਂ ਖੁਦ ਪਾਵਰ ਦੇ ਵਿੱਚ ਸੀਗੀ ਉਹ ਪ੍ਰੈਜ਼ੀਡੈਂਟ ਰੂਲ, ਗਵਰਨਰ ਰਾਜ ਕਰਾਉਂਦੀ ਰਹੀ ਹੈ, ਤੇ ਹੁਣ ਵੀ ਜਿਹੜੀ ਲੋਕਾਂ ਦੀ ਚੁਣੀ ਹੋਈ ਸਰਕਾਰ ਆ ਉਹਦੇ ਉੱਤੇ ਫੇਰ ਗਵਰਨਰ ਨੂੰ ਹਾਵੀ ਕਰਵਾਉਣਾ ਚਾਹੁੰਦੀ ਆ। ਸੋ ਇਹ ਵੀ ਨਾਲ ਦੀ ਨਾਲ ਇੱਕ ਨੁਕਤਾਚੀਨੀ ਆ ਰਹੀ ਹੈ ਜੀ। ਤੇ ਪੰਦੇਰ ਸਾਹਿਬ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ, ਕਹਿੰਦੇ ਵੀ SGPC ਵੱਲੋਂ ਦਿੱਲੀ ਦੇ ਗੁਰਦੁਆਰਿਆਂ 'ਚ ਤੇ ਪੰਥਕ ਗਤੀਵਿਧੀਆਂ ਦੇ ਵਿੱਚ ਦਖਲ ਦਿੱਤਾ ਜਾ ਰਿਹਾ, ਤੇ ਉਹਨਾਂ ਇਸ ਗੱਲ ਨੂੰ ਲੈ ਕੇ ਇਤਰਾਜ਼ ਵਿਅਕਤ ਕੀਤਾ। ਜਿਹੜੇ ਦਿੱਲੀ ਸਿੱਖ ਗੁਰਦੁਆਰਾ ਜਿਹੜੀ ਮੈਨੇਜਮੈਂਟ ਕਮੇਟੀ ਉਹਦੇ ਪ੍ਰਧਾਨ ਨੇ ਜੀ ਹਰਮੀਤ ਸਿੰਘ ਕਾਲਕਾ ਤੇ ਜਨਰਲ ਸੈਕਟਰੀ ਜਗਦੀਪ ਸਿੰਘ ਕਾਲੋਂ, ਉਹਨਾਂ ਨੇ ਜੀ ਬਹੁਤ ਸਾਰੀ ਗੱਲ ਕੀਤੀ ਆ, ਕਈ ਗੱਲਾਂ ਕੀਤੀਆਂ ਨੇ ਕਿ ਜਿਹੜੀ SGPC ਹੈ ਉਹ ਨਜਾਇਜ਼ ਲੈਵਲ ਦੇ ਉੱਤੇ ਆਪਣੀ
DSG ਦਿੱਲੀ 'ਚ ਲੈ ਰਹੀ ਹੈ, ਪੰਗੇ ਲੈ ਰਹੀ ਹੈ ਜਾਂ ਆਪਣਾ ਇੰਟਰਫੀਅਰੈਂਸ ਕਰ ਰਹੀ ਹੈ। ਉਹਨਾਂ ਨੇ ਬਹੁਤ ਸਾਰੇ ਗੱਲ ਕੀਤੀ ਹੈ ਕਿ ਗੁਰਦੁਆਰਿਆਂ ਦੇ ਮੈਨੇਜਮੈਂਟ ਹੋਈ ਜਾਂ ਪੰਥਕ ਮਸਲੇ ਹੋਏ। ਜਿਸ ਤਰ੍ਹਾਂ ਉਹ ਕਹਿੰਦੇ ਜੀ SGPC ਨੇ 5 ਕਰੋੜ ਰੁਪਈਆ ਪੰਥਕ ਐਕਟੀਵਿਟੀ ਦੇ ਨਾਂ ਤੇ ਰੱਖਿਆ ਧਰਮ ਪ੍ਰਚਾਰ ਦਿੱਲੀ ਦੇ ਵਿੱਚ, ਪਰ ਕਹਿੰਦੇ ਜਦ ਕਿ ਜਿਹੜੀਆਂ ਕਨਵਰਸ਼ਨ ਜੇ ਹੈਗੀਆਂ ਸਿੱਖਾਂ ਤੋਂ ਹੋਰ ਧਰਮਾਂ 'ਚ ਜਾਣ ਦੀਆਂ ਉਹ ਜ਼ਿਆਦਾ ਪੰਜਾਬ 'ਚ ਹੋ ਰਹੀਆਂ ਨੇ। ਸੋ ਪਹਿਲੀ ਗੱਲ ਤਾਂ ਇਸ ਗੱਲ ਦੇ ਉੱਤੇ ਉਹਨਾਂ ਨੇ ਗੱਲ ਕੀਤੀ। ਦੂਸਰੇ ਪਾਸੇ ਉਹਨਾਂ ਨੇ ਕਿਹਾ ਜੀ ਕਿ ਬੱਸ ਸਰਵਿਸਿਜ਼ ਸ਼ੁਰੂ ਕੀਤੀਆਂ ਨੇ ਜੀ ਜਿਹੜੀਆਂ ਵੀ ਸੰਗਤ ਦਾ ਪੰਜਾਬ 'ਚ ਆ ਕੇ ਦੇਖਣ ਦਾ। ਤੇ ਕਹਿੰਦੇ ਜੀ SGPC ਤੇ ਉਹ ਜਿਹੜੇ ਸੀਗੇ ਜੀ ਉਹਨਾਂ ਨੇ ਕੇਂਦਰ ਦਾ ਜਿਹੜਾ ਪ੍ਰੋਗਰਾਮ ਸੀ 400 ਸਾਲਾ ਜਿਹੜਾ ਸੀਗਾ ਉਹ ਕੇਂਦਰ ਸਰਕਾਰ ਦਾ ਜਿਹੜਾ ਸੀ ਬੁਲਾਵਾ ਉਹਦੇ ਤੇ ਹੋ ਗਏ ਆ। ਸੋ ਇਹੋ ਜਿਹੀਆਂ ਗੱਲਾਂ ਕਰਕੇ, ਕਿਉਂਕਿ ਦੇਖੋ ਆਪਸ 'ਚ ਖੜਕ ਤਾਂ ਪਏ ਨੇ। ਕਿਸੇ ਟਾਈਮ ਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਅਕਾਲੀ ਦਲ ਬਾਦਲ ਦੀ ਜੇਬ 'ਚ ਸੀ, ਜਿਸ ਤਰ੍ਹਾਂ SGPC ਹੈ। ਪਰ ਮਨਜਿੰਦਰ ਸਿੰਘ ਸਿਰਸਾ ਉਹਨਾਂ ਦਾ ਛੱਡ ਕੇ ਜਾਣਾ ਔਰ ਉੱਥੇ ਚਲੇ ਜਾਣਾ BJP 'ਚ, ਉਦੋਂ ਬਾਅਦ 'ਚੋਂ ਜਿਹੜੀ ਅਕਾਲੀ ਦਲ ਦਾ ਟੁੱਟ ਭੱਜ ਹੋ ਗਈ, ਉਹਦੇ ਵਿੱਚ ਹੁਣ ਕਾਫੀ ਤਾਂ ਜਿਹੜੀ ਹੈਗੀ ਆ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਉਹ BJP ਦੇ ਨੇੜੇ ਆ। ਔਰ BJP ਜਿਹੜੀ ਹੈ ਉਹ ਇਸ ਵੇਲੇ ਅਕਾਲੀ ਦਲ ਜੋ ਸੁਖਬੀਰ ਬਾਦਲ ਦੀ ਅਗਵਾਈ ਹੇਠ ਆ ਉਹਦੇ ਕੋਈ ਨੇੜੇ ਨਹੀਂ ਜਾਣਾ ਚਾਹੁੰਦਾ। ਸੋ ਬਾਦਲ ਪਰਿਵਾਰ ਦੇ ਉੱਤੇ ਚੋਭਾਂ ਜਿਹੜੀਆਂ ਹੈਗੀਆਂ ਨੇ ਉਹ BJP ਇੰਡਾਇਰੈਕਟਲੀ ਪੰਥਕ ਹਲਕਿਆਂ 'ਚੋਂ ਲਵਾ ਰਹੀ ਹੈ, ਕਿਉਂਕਿ ਅਕਾਲੀ ਦਲ ਬਾਦਲ ਦਾ ਹੁਣ ਜੇ ਕੋਈ ਕੰਟਰੋਲ ਰਹਿ ਗਿਆ ਤਾਂ ਸਿਰਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਰਹਿ ਗਿਆ। ਬਾਕੀ ਪੰਜਾਬ ਸਰਕਾਰ, ਦਿੱਲੀ ਵਾਲੀ ਕਮੇਟੀ, ਪਟਨੇ ਵਾਲੀ ਕਮੇਟੀ, ਨੰਦੇੜ ਸਾਹਿਬ ਵਾਲੀ ਕਮੇਟੀ, ਉਹਨਾਂ ਦੇ ਉੱਤੇ ਤਾਂ ਹੁਣ ਛੁੱਟੀ ਹੋ ਗਈ ਲੱਗਦੀ। ਪੰਦੇਰ ਸਾਹਿਬ, BJP ਵੱਲੋਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬੜੀ ਸ਼ੇਅਰ ਕੀਤੀ ਜਾ ਰਹੀ ਹੈ ਜਿਹਦੇ ਵਿੱਚ ਕਥਿਤ ਤੌਰ ਤੇ ਰਾਹੁਲ ਗਾਂਧੀ ਨੂੰ ਵੇਖਿਆ ਜਾ ਰਿਹਾ ਵੀ ਉਹ ਨੇਪਾਲ ਦੇ ਕਿਸੇ ਪੱਬ ਦੇ ਵਿੱਚ ਬੈਠੇ ਹੋਏ ਨੇ, ਕੋਈ ਮੀਟਿੰਗ ਕਰ ਰਹੇ ਨੇ। ਪਰ ਬਹੁਤ ਸਾਰੇ ਫੈਕਟ ਚੈੱਕ ਅਦਾਰਿਆਂ ਵੱਲੋਂ ਹੁਣ ਇਹ ਗੱਲ ਸਾਂਝੀ ਕੀਤੀ ਗਈ ਹੈ ਵੀ ਇਹ ਵੀਡੀਓ ਜਿਹੜੀ ਹੈ ਅਸਲੀ ਨਹੀਂ ਹੈ, ਇਹ ਜਾਲੀ ਵੀਡੀਓ ਹੈ। ਉਹ ਤਾਂ ਹੈਗਾ ਹੀ ਹੈ ਜੀ, ਪਰ ਇੱਥੇ ਤਾਂ ਜਿਵੇਂ ਪਹਿਲੇ ਹੀ ਆਪਾਂ ਖਬਰ ਦੀ ਚਰਚਾ ਕਰਦੇ ਹੋਏ ਗੱਲ ਕੀਤੀ ਸੀ ਵੀ ਹੁਣ ਇਹਨਾਂ ਨੇ ਕਾਮੇਡੀ ਕਰਨ ਦਾ ਇਹ ਇਰਾਦਾ ਬਣਾਇਆ ਹੋਇਆ ਰਵਾਇਤੀ ਪੋਲੀਟੀਕਲ ਪਾਰਟੀਆਂ ਨੇ ਜੀ। ਇਹਦੇ 'ਚ ਇੱਕ ਇਨਸੀਡੈਂਟ ਹੋਇਆ ਵਾ ਕਿ ਉਹ ਵੀਡੀਓ ਸੱਚੀ ਹੈ ਕਿ ਨਹੀਂ, ਪਰ ਇਹਦੇ ਤੇ ਵਿਵਾਦ ਜੈਨੂਇਨ ਸ਼ੁਰੂ ਹੋ ਗਿਆ। BJP ਦੇ ਇੱਕ ਸਪੋਕਸਪਰਸਨ ਨੇ ਅਮਿਤ ਮਾਲਵੀਆ, ਉਹਨਾਂ ਨੇ ਟਵੀਟ ਕਰਤਾ ਜੀ ਇਸ ਤੋਂ ਬਾਅਦ ਕਿ ਅਮਿਤ ਮਾਲਵੀਆ ਜਿਹੜੇ ਹੈਗੇ BJP ਦੇ IT ਸੈੱਲ ਦੇ ਪ੍ਰਧਾਨ ਨੇ। ਉਹਨਾਂ ਨੇ ਕਿਹਾ ਹੈ ਰਾਹੁਲ ਗਾਂਧੀ ਕੰਸਿਸਟੈਂਟ ਹੈ। ਕਹਿੰਦੇ ਜੀ ਜਦੋਂ ਮੁੰਬਈ ਦੇ ਵਿੱਚ 2008 'ਚ ਜਦੋਂ ਹਮਲਾ ਹੋਇਆ ਸੀਗਾ ਉਦੋਂ ਰਾਹੁਲ ਗਾਂਧੀ ਉਦੋਂ ਵੀ ਕਲੱਬ 'ਚ ਸੀ। ਹੁਣ ਜਦੋਂ ਪਾਰਟੀ ਫਟਣ ਤੇ ਆਈ ਹੈ, ਟੁੱਟ ਭੱਜ ਹੋ ਰਹੀ ਹੈ, ਉਦੋਂ ਵੀ ਜਿਹੜਾ ਰਾਹੁਲ ਗਾਂਧੀ ਜਾ ਕੇ ਇੱਕ ਕਲੱਬ 'ਚ ਬੈਠਾ। ਫਿਰ ਜਿਹੜੀ ਸਮ੍ਰਿਤੀ ਇਰਾਨੀ ਹੈ ਜਿਹੜੀ ਮੰਤਰੀ ਆ, ਉਹਨੇ ਜੀ ਜਾ ਕੇ ਜਿਹੜਾ ਰਾਹੁਲ ਗਾਂਧੀ ਦੀ ਕੌਨਸਟੀਟੂਐਂਸੀ ਆ ਉਹਨੂੰ ਚੁਣਿਆ ਜੀ, ਉੱਥੇ ਜਾ ਕੇ ਉੱਥੇ ਜਿਹੜੇ ਡਿਵੈਲਪਮੈਂਟ ਕੰਮ ਨੇ ਉਹਦੇ ਰਿਵਿਊ ਕਰਨ ਦੇ ਤੇ ਔਰ ਦਿਖਾਉਣ ਦੀ ਕੋਸ਼ਿਸ਼ ਇਹ ਕੀਤੀ ਹੈ ਕਿ ਰਾਹੁਲ ਗਾਂਧੀ ਨੇ ਆਪਣੀ ਕੌਨਸਟੀਟੂਐਂਸੀ ਦਾ ਖਿਆਲ ਨਹੀਂ ਰੱਖਿਆ। ਉਹਨਾਂ ਨੇ ਬਹੁਤ ਸਾਰੇ ਵੀ ਜਿਵੇਂ ਕੋਈ 1,35,000 ਲੋਕਾਂ ਨੂੰ ਡਾਇਰੈਕਟ ਪਾਣੀ ਨਹੀਂ ਪਹੁੰਚਿਆ, ਇਹ ਉਹ ਸਾਰੀ ਦੀ ਸਾਰੀ ਇਹ ਕੇਰਲਾ ਦੇ ਵਿੱਚ ਉਹਨਾਂ ਦੀ ਵਾਇਨਾਡ ਜਿਹੜੀ ਕੌਨਸਟੀਟੂਐਂਸੀ ਆ ਉੱਥੇ ਦੀ ਗੱਲ ਕੀਤੀ। ਇਸ ਤੋਂ ਬਾਅਦ 'ਚੋਂ ਕਾਂਗਰਸ ਜਿਹੜੀ ਸੀ ਉਹ ਐਕਸ਼ਨ ਮੋਡ ਦੇ ਵਿੱਚ ਆ ਗਈ ਤੇ ਐਕਸ਼ਨ ਮੋਡ ਦੇ ਵਿੱਚ ਉਹਨਾਂ ਨੇ ਪਹਿਲੀ ਗੱਲ ਤਾਂ ਇਹ ਕਿਹਾ ਕਿ ਇੱਕ ਮੈਰਿਜ ਪਾਰਟੀ ਸੀਗੀ, ਫੈਮਿਲੀ ਫੰਕਸ਼ਨ ਸੀ, ਪ੍ਰਾਈਵੇਟ ਫੰਕਸ਼ਨ ਸੀ, ਉਹਨਾਂ ਦੇ ਕਿਸੇ ਦੋਸਤ ਦਾ ਬੁਲਾ ਕੇ ਗਏ ਨੇ ਔਰ 5 ਦਿਨਾਂ ਵਾਸਤੇ ਗਏ ਆ ਔਰ ਇਹਦੇ ਵਿੱਚ ਕੋਈ ਇਲੀਗੈਲਿਟੀ ਨਹੀਂ ਹੋਈ। ਕਹਿੰਦੇ ਜੀ ਜਿਹੜੇ ਆਪਣੇ ਰਣਦੀਪ ਸੂਰਜੇਵਾਲਾ ਨੇ ਉਹਨਾਂ ਨੇ ਗੱਲ ਕੀਤੀ ਹੈ, ਕਹਿੰਦੇ ਕਿ BJP ਨੇ ਇਹ ਇਲੀਗਲ ਕਰਤਾ ਕਿ ਤੁਸੀਂ ਜਿਹੜੀ ਮੈਰਿਜ ਅਟੈਂਡ ਕਰਨ ਦੀ ਜਿਹੜੀ ਪ੍ਰੋਬਲਮ ਹੈ ਇਹਨੂੰ ਪ੍ਰੋਬਲਮ ਬਣੂਗਾ। ਤੇ ਜਿਹੜੇ ਉਹ ਸਾਰੇ ਦੇ ਸਾਰੇ ਔਰ ਉਹਦੇ ਵਿੱਚ ਇਹ ਗਿਆ ਕਿ ਜੀ ਬਈ ਰਾਹੁਲ ਗਾਂਧੀ ਨੂੰ ਇਹ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਇੱਕ ਨਾਨ ਸੀਰੀਅਸ ਪੋਲੀਟੀਸ਼ੀਅਨ ਹੈ। ਪਹਿਲਾਂ ਵੀ ਉਹਨਾਂ ਦੀਆਂ ਜਿਹੜੀਆਂ ਵੀਡੀਓਜ਼ ਨੇ ਉਹਨਾਂ ਨੂੰ ਤੋੜ ਮਰੋੜ ਕੇ ਕਈ ਵਾਰੀ ਪੇਸ਼ ਕੀਤਾ ਜਾਂਦਾ ਜਾਂ ਸਿਰਫ ਛੋਟੀ ਕਲਿੱਪਿੰਗ ਕੱਢ ਕੇ ਉਹਦਾ ਸੰਦਰਭ ਬਦਲ ਦਿੱਤਾ ਜਾਂਦਾ ਤੇ ਇਹ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਰਾਹੁਲ ਗਾਂਧੀ ਥੋੜ੍ਹਾ ਜਿਹਾ ਜਿਹੜਾ ਹੈਗਾ ਜਿਹਨੂੰ ਆਪਾਂ ਸਿੱਧਾ ਕਿਸਮ ਦਾ ਪੋਲੀਟੀਸ਼ੀਅਨ ਹੈ ਉਹ ਦਿਖਾਉਣ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਹੈ। ਸੋ ਇਹ ਸਾਰਾ ਚੱਲਦਾ ਰਹਿੰਦਾ।
ਰਾਹੁਲ ਗਾਂਧੀ ਇਸ ਵੇਲੇ ਡਾਊਨ ਐਂਡ ਆਊਟ ਹੈ, ਪਾਰਟੀ ਦੇ ਵਿੱਚੋਂ ਵੀ ਪ੍ਰਧਾਨਗੀ ਦੇ ਵਿੱਚੋਂ ਵੀ ਬਾਹਰ ਹੈ। ਮੋਸਟਲੀ ਜਿਹੜੇ ਲੋਕ ਨੇ, ਜਿਹੜੀ ਪਾਰਟੀ ਦੇ ਲੀਡਰਸ ਨੇ, ਉਹ ਰਾਹੁਲ ਗਾਂਧੀ ਦੀ ਲੀਡਰਸ਼ਿਪ ਨਾਲ ਬੜੇ ਸੰਤੁਸ਼ਟ ਨਹੀਂ ਹੈਗੇ। ਫਿਰ ਵੀ ਜਿਹੜੀ ਬੀਜੇਪੀ ਆ, ਉਹਨਾਂ ਦੀ ਕੋਸ਼ਿਸ਼ ਇਹ ਰਹਿੰਦੀ ਹੈ ਕਿ ਅਸੀਂ ਰਾਹੁਲ ਗਾਂਧੀ ਨੂੰ ਰੈਲੀਵੈਂਟ ਜ਼ਰੂਰ ਰੱਖੀਏ, ਕਿਉਂਕਿ ਜਿੰਨਾ ਰਾਹੁਲ ਗਾਂਧੀ ਸੂਟ ਬੀਜੇਪੀ ਨੂੰ ਕਰਦਾ, ਹੋਰ ਸ਼ਾਇਦ ਨਾ ਕਰਦਾ ਹੋਵੇ, ਕਿਉਂਕਿ ਜਿੰਨੀ ਦੇਰ ਰਾਹੁਲ ਗਾਂਧੀ ਦੀ ਲੀਡਰਸ਼ਿਪ ਆ, ਉਨੀ ਦੇਰ ਕਾਂਗਰਸ ਉੱਭਰ ਕੇ ਬੀਜੇਪੀ ਨੂੰ ਚੈਲੰਜ ਨਾ ਦੇ ਸਕੇ। ਇਹ ਇਸ ਵੇਲੇ ਪੋਲੀਟੀਕਲ ਸਰਕਲ ਦੇ ਵਿੱਚ ਮਾਨਣਾ ਬਣ ਚੁੱਕੀ ਹੈ, ਧਾਰਨਾ ਬਣ ਚੁੱਕੀ ਹੈ ਜੀ। ਤੇ ਪੰਦੇਰ ਸਾਹਿਬ, ਉਧਰ ਮਹਾਰਾਸ਼ਟਰ ਦੇ ਵਿੱਚ ਸਥਿਤੀ ਬੜੀ ਤਣਾਅਪੂਰਨ ਬਣੀ ਹੋਈ ਹੈ। ਰਾਜ ਠਾਕਰੇ ਜਿਹੜਾ ਆਪਣਾ ਉਹ ਇੱਕ ਮੁਹਿੰਮ ਜਿਹੜੀ ਉਹ ਆਪਣੀ ਬਾਰ-ਬਾਰ ਜਿਹਦਾ ਜ਼ਿਕਰ ਕਰਦੇ ਨੇ ਕਿ ਮਸਜਿਦਾਂ ਦੇ ਵਿੱਚੋਂ ਲਾਊਡ ਸਪੀਕਰ ਹਟਾ ਦਿੱਤੇ ਜਾਣ, ਉੱਥੇ ਅਸੀਂ ਹਨੂਮਾਨ ਚਾਲੀਸਾ ਪਲੇ ਕਰਾਂਗੇ। ਸਥਿਤੀ ਉੱਥੇ ਬਹੁਤ ਖਰਾਬ ਹੈ ਤੇ ਮੁੰਬਈ ਪੁਲਿਸ ਨੂੰ ਹਾਈ ਅਲਰਟ ਤੇ ਰੱਖਿਆ ਗਿਆ। ਹਾਂਜੀ ਵਾਸੂ ਜੀ, ਕੱਲ ਉਹਨਾਂ ਦੀ ਜਿਹੜੀ ਉਹਨਾਂ ਨੇ ਡੈਡਲਾਈਨ ਸੂਬਾ ਸਰਕਾਰ ਨੂੰ ਦਿੱਤੀ ਸੀ ਕਿ ਮਸਜਿਦਾਂ ਦੇ ਵਿੱਚੋਂ ਲਾਊਡ ਸਪੀਕਰ ਹਟਾ ਦਿਓ, ਨਹੀਂ ਤਾਂ ਫਿਰ ਵੀ ਜੇ ਅਜ਼ਾਨ ਜਦੋਂ ਹੋਊਗੀ ਤਾਂ ਉੱਥੇ ਅਸੀਂ ਬਰਾਬਰ ਲਾਊਡ ਸਪੀਕਰ ਲਾ ਕੇ ਹਨੂਮਾਨ ਚਾਲੀਸਾ ਪੜ੍ਹਨਾ ਸ਼ੁਰੂ ਕਰ ਦਿਆਂਗੇ। ਇਹੋ ਕੱਲ ਦੀ ਸੀਗੀ ਜੀ ਉਹ ਡੈਡਲਾਈਨ ਦਿੱਤੀ ਸੀ, ਉਹ ਡੈਡਲਾਈਨ ਖਤਮ ਹੋ ਗਈ। ਤੇ ਫਿਰ ਇੱਕ ਤਾਂ ਪਹਿਲੀ ਗੱਲ, ਰਾਜ ਠਾਕਰੇ ਜਿਨ੍ਹਾਂ ਦੇ ਜਿਹੜੇ ਹੈਗੇ ਆ ਉਧਵ ਠਾਕਰੇ, ਇਹ ਦੋਨੋਂ ਜਾਣੇ ਤਾਏ ਚਾਚੇ ਦੇ ਪੁੱਤ ਨੇ, ਤੇ ਸੋ ਇੱਕ ਲੈਵਲ ਤੇ ਸ਼ਰੀਕੇਬਾਜੀ ਵੀ ਆ। ਉਧਵ ਠਾਕਰੇ ਸ਼ਿਵ ਸੈਨਾ ਦੇ ਕੋਲੇ ਆ, ਇਹਨਾਂ ਦੀ ਰਾਜ ਠਾਕਰੇ ਨੇ ਆਪਣੀ ਇੱਕ ਪਾਰਟੀ ਬਣਾਈ ਹੋਈ ਹੈ। ਬਾਲ ਠਾਕਰੇ ਦੇ ਦੋਨੋਂ ਹੀ ਨੇੜੇ ਸੀਗੇ। ਬਾਲ ਠਾਕਰੇ ਤੋਂ ਬਾਅਦ ਉਧਵ ਠਾਕਰੇ ਨੇ ਸ਼ਿਵ ਸੈਨਾ ਸੰਭਾਲ ਲਈ ਤੇ ਰਾਜ ਠਾਕਰੇ ਨੇ ਆਪਣੀ MNS ਬਣਾ ਲਈ। ਤੇ ਉਹ ਔਰ ਜਿਹੜੇ ਕਾਫੀ ਦੋਨੋਂ ਜਿਹੜੇ ਹੈਗੇ ਆ ਹਿੰਦੂਤਵਾਦੀ ਵਾਲੇ ਪਾਸੇ ਦੀ ਜਿਹੜੀ ਭਾਸ਼ਾ, ਉਹ ਕਾਫੀ ਬੋਲਦੇ ਆ ਦੋਨੋਂ ਜਣੇ ਜੀ। ਤੇ ਉਹ ਰਾਜ ਠਾਕਰੇ ਨੇ ਵੀ ਇਹ ਫਿਰ ਕਿਹਾ ਕਿ ਜੀ ਜੇ ਅਜ਼ਾਨ ਬੰਦ ਨਹੀਂ ਹੁੰਦੀ ਆ, ਚਾਹੇ ਕਹਿੰਦੇ ਉਹਨਾਂ ਨੇ ਕੁਝ ਸੁਪਰੀਮ ਕੋਰਟ ਦੇ ਆਰਡਰਸ ਵੀ ਕੀਤੀ ਆ, ਹੋਰਾਂ ਦੀ ਵੀ ਗੱਲ ਕੀਤੀ ਆ ਕਿ ਲਾਊਡ ਸਪੀਕਰ, ਜੇ ਤੁਸੀਂ ਸਪੀਕਰ ਨੇ, ਇਹ ਰਿਲੀਜੀਅਸ ਪਲੇਸ ਦੇ ਅੰਦਰ ਹੀ ਆਵਾਜ਼ ਰਹਿਣੀ ਚਾਹੀਦੀ ਆ, ਬਾਹਰ ਨਹੀਂ ਡਿਸਟਰਬ ਹੋਣੀ ਚਾਹੀਦੀ। ਸੋ ਉਹ ਸਾਰੇ ਦਾ ਸਾਰਾ ਚੱਲ ਰਿਹਾ ਸੀ ਪਿਛਲੇ ਦਿਨੀ। ਇਸ ਕਰਕੇ ਫਸਾਦ ਵੀ ਹੋਏ ਨੇ, ਚਾਹੇ ਤੁਸੀਂ ਮੱਧ ਪ੍ਰਦੇਸ਼ 'ਚ ਕਹਿ ਲਓ, ਹੋਰ ਜਗ੍ਹਾ ਤੇ ਵੀ ਕਹਿ ਲਓ, ਔਰ ਅੱਜ ਹੁਣ ਰੀਸੈਂਟ ਜੋਧਪੁਰ 'ਚ ਵੀ ਕਹਿ ਲਓ ਫਸਾਦ ਹੋ ਰਹੇ ਨੇ ਇਸ ਲੈਵਲ ਦੇ ਉੱਤੇ, ਜਿਹੜੇ ਹਿੰਦੂ ਮੁਸਲਿਮ ਲੈਵਲ ਦੇ ਉੱਤੇ ਜਿਹੜੀ ਆਪਸ 'ਚ ਚਿੰਗਿਆੜੀਆਂ ਉੱਡ ਰਹੀਆਂ। ਸੋ ਜਿਹੜੀ ਮਹਾਰਾਸ਼ਟਰ ਸਰਕਾਰ ਆ, ਉਹਨਾਂ ਨੇ ਰਾਜ ਠਾਕਰੇ ਦੀ ਅਪੀਲ ਨੂੰ ਮੱਦੇਨਜ਼ਰ ਰੱਖਦੇ ਹੋਏ, ਕਿਉਂਕਿ ਤੁਸੀਂ ਇਹ ਦੇਖੋ ਪਟਿਆਲੇ ਵਾਂਗੂ ਨਹੀਂ ਕੀਤਾ ਉਹਨਾਂ ਨੇ। ਪਟਿਆਲੇ ਦੇ ਵਿੱਚ ਤਾਂ ਲੋਕੀ ਬੈਠੇ ਹੀ ਰਹੇ ਕਿ ਜੀ ਬਈ ਆਉਣਗੇ। ਈਵਨ ਪੁਲਿਸ ਵਾਲਿਆਂ ਨੇ ਆਪਣੇ ਜਿਹੜਾ ਪ੍ਰੋਟੈਕਟਿਵ ਗੇਅਰ ਜਾਂ ਲਾਠੀਆਂ ਜਾਂ ਜਿਹੜੀਆਂ ਹੁੰਦੀਆਂ ਸੀ, ਉਹ ਇੱਟਾਂ ਤੋਂ ਬਚਣ ਵਾਸਤੇ ਜਿਹੜੇ ਉਹ ਛੱਜੇ ਜਿਹੇ ਬਣਾਏ ਹੁੰਦੇ ਨੇ, ਉਹ ਵੀ ਨਹੀਂ ਸੀ ਲੈ ਕੇ ਗਏ ਪਟਿਆਲੇ ਤਾਂ। ਸੋ ਇਹਨਾਂ ਨੇ ਇਤਿਹਾਦ ਵਜੋਂ ਇਹ ਆਪਣੇ ਜਿੰਨੇ ਵੀ ਮੁਲਾਜ਼ਮ ਨੇ ਮਹਾਰਾਸ਼ਟਰ ਪੁਲਿਸ ਨੇ, ਉਹ ਵਾਪਸ ਸੱਦ ਲਏ ਨੇ ਜਿਹੜੇ ਛੁੱਟੀ ਤੇ ਗਏ ਹੋਏ ਸੀ। ਤੇ ਉਹਨਾਂ ਦੀ ਸੈਂਸਿਟਿਵ ਪੁਆਇੰਟਸ ਜਿਹੜੀ ਸੀਗੀ ਹੋਮ ਡਿਪਾਰਟਮੈਂਟ ਮਹਾਰਾਸ਼ਟਰ ਦਾ, ਉਹਨਾਂ ਨੇ ਆਇਡੈਂਟੀਫਾਈ ਕੀਤੇ ਨੇ ਵੀ ਕਿੱਥੇ ਇਹ ਫਸਾਦ ਹੋ ਸਕਦਾ, ਤੇ ਉਹਨੂੰ ਜਿਹੜੇ ਸਟੈਪਸ ਨੇ ਆਲਰੇਡੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਇੰਸਟਰਕਸ਼ਨ ਦੇ ਦਿੱਤੀਆਂ ਗਈਆਂ ਨੇ ਕਿ ਤੁਸੀਂ ਇਹ ਆਪਸ ਵਿੱਚ ਝੜਪਾਂ ਨਹੀਂ ਜੇ ਹੋਣ ਦੇਣੀਆਂ ਮਹਾਰਾਸ਼ਟਰ 'ਚ। ਪੰਦੇਰ ਸਾਹਿਬ, ਤੁਸੀਂ ਜੋਧਪੁਰ ਦਾ ਜ਼ਿਕਰ ਕਰ ਰਹੇ ਸੀ, ਈਦ ਮੌਕੇ ਉੱਥੇ ਵੀ ਕੁਝ ਝੜਪਾਂ ਹੋਈਆਂ ਨੇ, ਕੀ ਮਾਹੌਲ ਹੈ ਜੀ ਉੱਥੇ? ਉੱਥੇ ਕਈ ਜਗ੍ਹਾ ਤੇ ਤਾਂ ਕਰਫਿਊ ਲੱਗ ਗਿਆ, ਇੰਟਰਨੈਟ ਸਰਵਿਸਿਜ਼ ਕਈ ਜਗ੍ਹਾ ਤੇ ਬੰਦ ਨੇ ਜੀ। ਤੇ ਪੁਲਿਸ ਔਰ ਜਿਹੜੀ ਪੈਰਾਮਿਲਟਰੀ ਫੋਰਸਿਸ ਨੇ, ਉਹ ਭਾਰੀ ਜਿਹੜੀ ਹੈਗੀ ਮਾਤਰਾ ਦੇ ਵਿੱਚ, ਤਾਦਾਦ ਦੇ ਵਿੱਚ ਉੱਥੇ ਡਿਪਲੋਇਮੈਂਟ ਹੋਈ ਹੈ। ਸੋ ਹੋਇਆ ਉੱਥੇ ਜੀ ਇਹ ਹੈ ਕਿ ਇਹ ਪਹਿਲਾਂ ਤਾਂ ਜੀ ਦੋ ਗਰੁੱਪ ਮੁਸਲਮਾਨਾਂ ਦੇ ਹੀ ਸੀਗੇ ਜਿਹੜੇ ਆਪਸ 'ਚ ਖੜਕ ਪਏ, ਤੇ ਉਹ ਫਿਰ ਇੱਕ ਆਰਗੂਮੈਂਟ ਹੋਈ। ਪਹਿਲਾਂ ਤਾਂ ਉੱਥੇ ਉਹਨਾਂ ਦੀ ਆਪਸ ਹੋਈ, ਫਿਰ ਇਹਨਾਂ ਦਾ ਇੱਕ ਚੱਲ ਰਿਹਾ ਸੀ, ਪ੍ਰੋਸੈਸ਼ਨ ਚੱਲ ਰਿਹਾ ਸੀ। ਉੱਥੇ ਇੱਕ ਸਟੈਚੂ ਸੀ ਜਿਸ ਨੂੰ ਹਿੰਦੂ ਕਹਿੰਦੇ ਜੀ, ਹਿੰਦੂ ਸਟੈਚੂ ਸੀਗਾ, ਔਰ ਉਹਦੇ ਵਿੱਚ ਹੱਥ 'ਚ ਭਗਵਾ ਝੰਡਾ ਸੀ। ਉਹਨੂੰ ਉਤਾਰ ਕੇ ਉਹਦੇ 'ਚ ਜਿਹੜਾ ਹੈਗਾ ਇਸਲਾਮਿਕ ਝੰਡਾ ਦੇ ਦਿੱਤਾ ਗਿਆ, ਔਰ ਉਹਦੇ ਮੂੰਹ ਤੇ ਚੇਪੀ ਲਾ ਦਿੱਤੀ ਗਈ। ਸੋ ਉਹਦੇ ਤੇ ਕਾਫੀ ਫਸਾਦ, ਉੱਥੇ ਚੰਗਾ ਫਸਾਦ ਹੋਇਆ। ਇੱਟਾਂ ਪੱਥਰ ਚੱਲੇ, ਕੋਈ ਦਰਜਨ ਡੇਢ ਦਰਜਨ ਇਨਸਾਨ ਸਣੇ ਪੁਲਿਸ ਆਫੀਸਰ ਦੇ ਫੱਟੜ ਹੋਏ ਆ। ਕੋਈ 100 ਦੇ ਆਸ-ਪਾਸ ਲੋਕਾਂ ਨੂੰ ਹਿਰਾਸਤ ਚ ਲੈ ਲਿੱਤਾ ਗਿਆ, ਔਰ ਜਿਹੜੀ ਵੀਡੀਓ ਫੁਟੇਜਸ ਨੇ ਉਹਨਾਂ ਨੂੰ ਦੇਖ ਕੇ ਖੰਗਾਲ ਕੇ ਦੇਖ ਰਹੇ ਆ ਕਿ ਇਹ ਲੋਕੀ ਜ਼ਿੰਮੇਦਾਰ ਹੈਗੇ ਕਿ ਨਹੀਂ ਹੈਗੇ। ਮੁੱਖ ਮੰਤਰੀ ਨੇ ਪਹਿਲਾਂ ਤਾਂ ਅਵੋਇਡ ਕੀਤਾ ਸੀ, ਪਰ ਬਾਅਦ ਚੋਂ ਉਹਨਾਂ ਨੇ ਜਦੋਂ ਗਜਿੰਦਰ ਸਿੰਘ ਸ਼ੇਖਾਵਤ ਜਿਹੜੇ ਬੀਜੇਪੀ ਦੇ ਕਾਫੀ ਵੱਡੇ ਲੀਡਰ ਨੇ ਰਾਜਸਥਾਨ ਦੇ, ਔਰ ਪੰਜਾਬ ਦੇ ਵੀ ਇੰਚਾਰਜ ਰਹੇ ਆ,
ਤੇ ਉਹ ਯੂਨੀਅਨ ਮਿਨਿਸਟਰ ਨੇ, ਉਹਨਾਂ ਨੇ ਕਹਿਣਾ ਸ਼ੁਰੂ ਕਰਤਾ ਕਿ ਜਿਹੜੀ ਗਹਿਲੋਤ ਸਰਕਾਰ ਆ ਉਹ ਜਾਣ ਬੁੱਝ ਕੇ ਜਿਹੜੇ ਸੀਗੇ ਦੰਗਈਆਂ ਦੇ ਨਾਲ ਹੋ ਕੇ ਉਹਨਾਂ ਨੇ ਜਿਹੜੇ ਲੋਕਾਂ ਨੇ ਰਾਇਟ ਕੀਤਾ ਉਹਨਾਂ ਨੂੰ ਫੜਿਆ ਨਹੀਂ। ਸੋ ਫਿਰ ਜਿਹੜੇ ਸੀਗੇ ਅਸ਼ੋਕ ਗਹਿਲੋਤ ਉਹਨਾਂ ਦਾ ਫਿਰ ਮੈਸੇਜ ਆਉਂਦਾ ਕਿ ਜਿਹੜੀ ਬੀਜੇਪੀ ਹੈ ਉਹ ਜਗ੍ਹਾ ਜਗ੍ਹਾ ਦੇ ਉੱਤੇ ਇਹ ਨਫ਼ਰਤ ਫੈਲਾ ਰਹੀ ਹੈ ਕਿਉਂਕਿ ਜਿਹੜੀ ਸਰਕਾਰ ਹੈ ਐਟ ਦੀ ਸੈਂਟਰ ਉਹ ਫੇਲ ਹੋ ਗਈ ਹੈ ਤੇ ਲੋਕਾਂ ਦਾ ਧਿਆਨ ਜਿਹੜਾ ਹੈਗਾ ਜੀ ਇਹ ਇਹੋ ਜਿਹੇ ਫਿਰਕੂ ਫਸਾਦਾਂ ਦੇ ਉੱਤੇ ਚਲਾ ਜਾਵੇ ਤੇ ਪੋਲਰਾਈਜ਼ ਹੋ ਜਾਣ ਤਾਂ ਕਿ 2024 ਦੀਆਂ ਜਿਹੜੀਆਂ ਚੋਣਾਂ ਨੇ ਬੀਜੇਪੀ ਵਾਸਤੇ ਸੌਖੀਆਂ ਹੋ ਜਾਣ। ਸੋ ਪਰ ਵਾਸੂ ਜੀ, ਚਿੰਤਾ ਦਾ ਵਿਸ਼ਾ ਤਾਂ ਜ਼ਰੂਰ ਹੈ ਕਿ ਕੋਈ ਵੀ ਪਹਿਲਾਂ ਤਾਂ ਇਹੋ ਜਿਹਾ ਕਦੇ ਦੇਖਣ ਨੂੰ ਮਿਲਦਾ ਨਹੀਂ ਸੀ ਹੁੰਦਾ, ਕਿਤੇ ਨਾ ਕਿਤੇ ਜਿਹੜਾ ਹੁੰਦਾ ਸੀ ਵਿਰਲਾ ਕੋਈ ਇਨਸੀਡੈਂਟ ਹੁੰਦਾ ਸੀ ਜਿੱਥੇ ਕੋਈ ਗੱਲ ਹੁੰਦੀ ਹੈ। ਹੁਣ ਤਾਂ ਚਾਹੇ ਕੋਈ ਵੀ ਫੈਸਟੀਵਲ ਹੋਵੇ ਭਾਰਤ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਹੈਗਾ ਕਲੈਸ਼ ਦੋਨੋਂ ਫਿਰਕਿਆਂ ਦੇ ਵਿੱਚ ਹੋ ਹੀ ਜਾਂਦਾ। ਤੇ ਪੰਦੇਰ ਸਾਹਿਬ, ਦਿੱਲੀ ਦੇ ਵਿੱਚ ਵੀ ਕੁਝ ਮੰਦਰਾਂ ਨੂੰ ਢਾਏ ਜਾਣ ਦੇ ਮਾਮਲੇ ਤੇ ਸੂਰਤ ਦੇ ਵਿੱਚ ਕੋਈ ਕਲੈਸ਼ਸ ਹੋਏ ਨੇ, ਸੋ ਉੱਥੇ ਵੀ ਮਾਹੌਲ ਤਣਾਅਪੂਰਨ ਹੈ। ਵਾਸੂ ਜੀ, ਇਹਨਾਂ ਦਾ ਆਪਸ 'ਚ ਰਿਲੇਸ਼ਨ ਨਹੀਂ ਹੈ, ਪਰ ਇੱਕੋ ਰਿਲੇਸ਼ਨ ਇਹ ਆ ਕਿ ਇਹਦੇ ਵਿੱਚ ਆਮ ਆਦਮੀ ਪਾਰਟੀ ਔਰ ਬੀਜੇਪੀ ਆਮਣੋ ਸਾਹਮਣੇ ਹੋ ਗਿਆ। ਦਿੱਲੀ ਦੇ ਵਿੱਚ ਪਹਿਲਾਂ ਤਾਂ ਜਹਾਂਗੀਰਪੁਰੀ ਦੇ ਵਿੱਚ ਜਿਹੜਾ ਸੀਗਾ ਇੱਕ ਮਸਜਿਦ ਦੇ ਆਸ-ਪਾਸ ਔਰ ਜਿਹੜੇ ਸੀਗੇ ਕੁਝ ਢਾਇਆ ਜਾ ਰਿਹਾ ਸੀ, ਉਦੋਂ ਇਹ ਕਿਹਾ ਗਿਆ ਕਿ ਇਹ ਮੁਸਲਮਾਨ ਇਲਾਕੇ ਨੇ। ਸੋ ਜਿਹੜੀ ਮਿਊਨਿਸਪਲ ਕਾਰਪੋਰੇਸ਼ਨ ਆ ਉਹਨੇ ਸਰੋਜਨੀ ਨਗਰ ਇਲਾਕੇ ਦੇ ਵਿੱਚ ਕਾਲਕਾ ਜੀ ਦਾ ਜਿਹੜਾ ਤੁਸੀਂ ਇਹ ਕਹਿ ਸਕਦੇ ਹੋ, ਉੱਥੇ ਕੋਈ 4 ਮੰਦਰ ਜਿਹੜੀ ਹੈਗੀ ਆ ਉਹਨਾਂ ਨੂੰ ਢਾਉਣ ਦੇ ਨੋਟਿਸ ਕੱਢਤੇ ਆ ਤੇ ਉਹਨਾਂ ਦੇ ਜਿਹੜੇ ਐਮਐਲਏ ਆ ਉੱਥੇ ਲੋਕਲ, ਉਹਨੇ ਕਿਹਾ ਜੀ ਇਹਨਾਂ ਦੇ ਨੋਟਿਸ ਜਿਹੜੇ ਹੈਗੇ ਆ ਉਹ ਗੈਰ ਕਾਨੂੰਨੀ ਨੇ ਤੇ ਇਹ ਜਿਹੜੀ ਤਾਂ ਕਰਕੇ ਆ ਕਿ ਜਿਹੜੀ ਬੁਲਡੋਜ਼ਰ ਪੋਲਿਟਿਕਸ ਆ, ਚਾਹੇ ਕੋਈ ਵੀ ਜਿਹੜਾ ਬੀਜੇਪੀ ਦੇ ਖਿਲਾਫ ਹੈ ਉਹਨੂੰ ਬੁਲਡੋਜ਼ ਕਰਕੇ ਪਰੇ ਕੀਤਾ ਜਾਵੇ। ਇਹ ਸਾਰੇ ਇਹ ਗੁੰਡਾਗਰਦੀ ਕਿਨੇ ਕਹਿ ਰਹੇ ਆ ਇਹਨੂੰ। ਜਿਹੜੀ ਆਤਿਸ਼ੀ ਹੈ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਉੱਥੋਂ ਉਹਨਾਂ ਨੇ ਕਿਹਾ ਕਿ ਯੂਨੀਅਨ ਜਿਹੜੀ ਹਾਊਸਿੰਗ ਐਂਡ ਅਰਬਨ ਅਫੇਅਰਸ ਮਿਨਿਸਟਰੀ ਆ, ਇਹ ਜਿਹੜੇ ਡੈਮੋਲੀਸ਼ਨ ਨੋਟਿਸਿਸ ਨੇ ਇਹ ਲੋਕਾਂ ਨੂੰ ਡਰਾਉਣ ਦੀ ਜਿਹੜੀ ਹੈਗੀ ਆ ਪ੍ਰਕਿਰਿਆ ਹੈਗੀ ਆ। ਸੋ ਬੀਜੇਪੀ ਇਹ ਕਹਿ ਰਹੀ ਹੈ ਕਿ ਜੀ ਅਸੀਂ ਇਹ ਪ੍ਰੋਪਰ ਇਹ ਜਿਹੜੇ ਮੰਦਰ ਨੇ ਇਹ ਇਲੀਗਲ ਜਗ੍ਹਾ ਤੇ ਬਣੇ ਹੋਏ ਆ, ਇਲੀਗਲੀ ਬਣੇ ਹੋਏ ਆ। ਸੋ ਇਹ ਐਨਕਰੋਚਮੈਂਟਸ ਨੇ। ਸੋ ਇਹ ਅਸੀਂ ਐਨਕਰੋਚਮੈਂਟ ਹਟਾਉਣ ਦੀ ਜਿਹੜੀ ਡਰਾਈਵ ਹੈ, ਬਿਊਟੀਫਿਕੇਸ਼ਨ ਦੀ ਡਰਾਈਵ ਆ, ਉਹਦੇ ਵਾਸਤੇ ਕਰਨੀ ਹੈ। ਪਰ ਨਾਲ ਦੀ ਨਾਲ ਇਹ ਹੋਇਆ ਕਿ ਜੀ ਸੂਰਤ ਦੇ ਵਿੱਚ ਆਪਸ 'ਚ ਖੜਕ ਪਏ ਆਮ ਆਦਮੀ ਪਾਰਟੀ ਔਰ ਬੀਜੇਪੀ ਦੇ ਵਰਕਰਸ। ਇਹ ਹੋਇਆ ਕਿ ਇੱਕ ਉੱਥੇ ਦੀ ਕੋਈ ਲੋਕਲ ਮਿਊਨਿਸਪੈਲਿਟੀ ਆ ਉਹਦੇ ਵਿੱਚ ਆਮ ਆਦਮੀ ਪਾਰਟੀ ਦਾ ਜਿਹੜਾ ਮੈਂਬਰ ਸੀ ਉਹਨੂੰ ਬੋਲਣ ਨਹੀਂ ਜੇ ਦਿੱਤਾ ਗਿਆ, ਜਿਹਦੇ ਖਿਲਾਫ ਆਮ ਆਦਮੀ ਪਾਰਟੀ ਨੇ ਪਹਿਲਾਂ ਤਾਂ ਉੱਥੇ ਪ੍ਰੋਟੈਸਟ ਕੀਤਾ, ਫਿਰ ਉਹਨਾਂ ਨੇ ਜਾ ਕੇ ਬੀਜੇਪੀ ਦਾ ਜਿਹੜਾ ਲੋਕਲ ਆਫਿਸ ਸੀਗਾ ਉਹਦੇ ਸਾਹਮਣੇ ਥੋੜੇ ਜਿਹੇ ਵਰਕਰ ਸੀ ਉਹਨਾਂ ਨੇ ਪ੍ਰੋਟੈਸਟ ਕਰਨਾ ਸ਼ੁਰੂ ਕਰਤਾ। ਉਹਨਾਂ ਦੇ ਹੱਥ 'ਚ ਫਟੀਆਂ ਫੜੀਆਂ ਸੀ। ਬੀਜੇਪੀ ਦਾ ਇਹ ਕਹਿਣਾ ਕਿ ਜੀ ਉਹ ਧੱਕੇ ਨਾਲ ਸਾਡੇ ਦਫ਼ਤਰ 'ਚ ਵੜਨਾ ਚਾਹੁੰਦੇ ਸੀ, ਅਸੀਂ ਤਾਂ ਉਹਨਾਂ ਨੂੰ ਰੋਕਿਆ ਤੇ ਪਰ ਉਹਨਾਂ ਦੀ ਆਪਸ 'ਚ ਲੜਾਈ ਹੋਈ ਜਿਹਦੇ ਵਿੱਚ ਬੀਜੇਪੀ ਦੇ ਜਿਹੜੇ ਵਰਕਰ ਸੀ ਉਹ ਜ਼ਿਆਦਾ ਸੀ, ਆਮ ਆਦਮੀ ਪਾਰਟੀ ਦੇ ਵਰਕਰ ਘੱਟ ਸੀ। ਆਮ ਆਦਮੀ ਪਾਰਟੀ ਦੇ ਵਰਕਰ ਕੁੱਟੇ ਗਏ। ਆਈ ਥਿੰਕ ਉਹਦੇ ਵਿੱਚ 4-5 ਬੰਦੇ ਜਿਹੜੇ ਹੈਗੇ ਉਹ ਫੱਟੜ ਹੋਏ ਨੇ। ਤੇ ਜਿਹੜੀ ਰਿਪੋਰਟਸ ਉੱਥੋਂ ਇਹ ਆ ਰਹੀਆਂ ਨੇ ਕਿ ਜਿਹੜੀ ਲੋਕਲ ਪੁਲਿਸ ਹੈ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਹੀ ਜਿਹੜੇ ਵਰਕਰਸ ਨੇ ਉਹਨਾਂ ਦੇ ਉੱਤੇ ਕੇਸ ਦਰਜ ਕੀਤੇ ਆ ਆਫ ਟ੍ਰੈਸਪਾਸ ਐਂਡ ਇੰਟਰੂਜਨ ਤੇ ਜਿਹੜੀ ਸ਼ਾਂਤੀ ਦਾ ਮਾਹੌਲ ਖਰਾਬ ਕਰਨ ਦੇ ਬੀਜੇਪੀ ਵਾਲਿਆਂ ਦੇ ਉੱਪਰ। ਜਿਹੜੀਆਂ ਫਿਲਹਾਲ ਰਿਪੋਰਟਾਂ ਨੇ ਉਹਨਾਂ 'ਚ ਨਜ਼ਰ ਨਹੀਂ ਆ ਰਿਹਾ ਕਿ ਬੀਜੇਪੀ ਦੇ ਜਿਹੜੇ ਹੈਗੇ ਆ ਵਰਕਰਸ ਉਹਨਾਂ ਨੂੰ ਮਾਰਕੁੱਟ ਕਰਨ ਵਾਸਤੇ, ਲੋਕਾਂ ਦੇ ਉੱਤੇ ਇੰਜਰੀ ਕਰਨ ਵਾਸਤੇ ਕੋਈ ਐਕਸ਼ਨ ਲਿਆ ਜਾ ਰਿਹਾ ਕਿ ਨਹੀਂ ਲਿਆ ਜਾ ਰਿਹਾ। ਪੰਦੇਰ ਸਾਹਿਬ, ਇਹ ਸਾਰੀਆਂ ਖਬਰਾਂ ਸਾਡੇ ਨਾਲ ਸਾਂਝੀਆਂ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ। ਕੱਲ੍ਹ ਫਿਰ ਗੱਲਬਾਤ ਹੋਏਗੀ। ਬਹੁਤ ਬਹੁਤ ਮਿਹਰਬਾਨੀ।